ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 238 ਦੇ ਹੇਠੋਂ 6ਵੀਂ ਪੰਕਤੀ ਹੈ, 3 ਨੰਬਰ ਤੋਂ ਬਾਅਦ। ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਹੇ ਮਾਇਆ ਕੇ ਹੇਤ। ਹਰ ਅਬਿਨਾਸ਼ੀ ਤੁਮਰੈ ਸੰਗ, ਮਨ ਮੇਰੇ ਰਚ ਰਾਮ ਕੈ ਰੰਗ। ਮਨ ਆਪਣੇ ਮੈਂ ਫਿਰ ਫਿਰ ਚੇਤ, ਆਪਣੇ ਮਨ 'ਚ ਕਹਿੰਦਾ ਰੱਬ ਨੂੰ ਵਾਰੀ 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 ਯਾਦ ਕਰੋ। ਵਾਹਿਗੁਰੂ 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 ਕਰੀ ਜਾਣਾ। ਫਿਰ ਕੀ ਹੋਏਗਾ? ਬਿਨਸ ਜਾਹੇ ਮਾਇਆ ਕੇ ਹੇਤ, ਜਿੰਨਾ ਮਾਇਆ ਦਾ ਮੋਹ ਹੈ ਉਹ ਸਾਰਾ ਖਤਮ ਹੋ ਜਾਏਗਾ। ਮਾਇਕ ਪਦਾਰਥਾਂ ਨਾਲ ਜਿੰਨਾ ਵੀ ਮੋਹ ਹੈ ਉਹ ਸਭ ਮੋਹ ਖਤਮ ਹੋ ਜਾਣਗੇ, ਕਿਉਂਕਿ ਜਿਹੜਾ ਮੋਹ ਹੈ ਇਹ ਬਹੁਤ ਵੱਡੀ ਰੁਕਾਵਟ ਹੈ ਭਜਨ ਬੰਦਗੀ ਦੇ ਵਿੱਚ। ਮੋਹ ਦੀ ਖਾਤਰ ਹੀ ਲੋਕ ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ, ਠੱਗੀਆਂ ਕਰ। ਮਾਇਆ ਨਾਲ ਮੋਹ ਹੈ ਨਾ, ਚੋਰੀਆਂ ਕਰਦੇ ਹਨ, ਡਾਕੇ ਮਾਰਦੇ ਹਨ, ਠੱਗੀਆਂ ਕਰਦੇ ਹਨ, ਮਿਲਾਵਟਾਂ ਕਰਦੇ ਹਨ, ਰਿਸ਼ਵਤਖੋਰੀ ਕਰਦੇ ਹਨ। ਕੋਈ ਜਿਹੜਾ ਹੈ ਲੁੱਟ ਰਿਹਾ ਹੈ ਕਿਸੇ ਨੂੰ, ਕੋਈ ਕਿਸੇ ਦੀ ਜ਼ਮੀਨ ਦੱਬ ਰਿਹਾ, ਕੋਈ ਕਿਸੇ ਪਲਾਟ ਦੱਬ ਰਿਹਾ, ਕੋਈ ਪੈਸੇ ਲੈ ਕੇ ਮੁੱਕਰ ਰਿਹਾ ਹੈ। ਇਹ ਸਭ ਮਾਇਆ ਦਾ ਮੋਹ ਹੈ। ਇਹ ਚੀਜ਼ਾਂ ਭਜਨ ਬੰਦਗੀ ਨਹੀਂ ਕਰਨ ਦੀ ਰੁਕਾਵਟ ਪਾਉਂਦੀਆਂ ਨੇ। ਸਿੱਖ ਨੂੰ ਹੁਕਮ ਹੈ ਤੂੰ ਮਾਇਆ ਕਮਾਣੀ ਹੈ, ਦਸਾਂ ਨੂੰ ਦੀ ਕਿਰਤ ਨਾ ਕਮਾਣੀ ਬਸ। ਸੋ ਮੈਂ ਕਈਆਂ ਨੂੰ ਕਿਹਾ ਕਰਦਾ, ਮੈਂ ਦੇਖੋ ਜਮਦੂਤਾਂ ਦੇ ਡੰਡੇ ਤੁਹਾਡੇ ਮਾਰਨ, ਖਾ ਪੀ ਤੁਹਾਡੇ ਜਵਾਕਾਂ ਨੇ ਜਾਣਾ, ਦੋਸਤਾਂ ਵਿੱਚ ਖਾ ਜਾਣਾ। ਔਰ ਕਹੋ ਮੇਰੀ ਤਾਂ ਇੰਨੀ ਆਮਦਨ ਹੈ, ਇਹ 'ਚ ਗੁਜ਼ਾਰਾ ਹੁੰਦਾ ਕਰ ਲਓ, ਨਹੀਂ ਹੁੰਦਾ ਆਪਣਾ ਕਮਾ ਕੇ ਖਾ ਲਓ, ਆਪੇ ਠੀਕ ਹੋ ਜਾਣਗੇ। ਜਿਵੇਂ ਇੱਕ ਬੰਦੇ ਨੇ ਕਾਰ ਲੈ ਲਈ, ਮਰੂਤੀ ਲੈ ਲਈ, ਘਰ ਲਿਆ, ਮੁੰਡਾ ਕਹਿੰਦਾ ਆ ਕੀ ਸਾਬਣਦਾਨੀ ਲੈ ਲਈਏ। ਬਾਪ ਕਹਿੰਦਾ ਦੇਖ ਮੈਂ ਤਾਂ ਸਾਬਣਦਾਨੀ ਜੋਗਾ ਸੀ, ਲੈ ਲਈ। ਤੂੰ ਕਮਾ ਕੇ ਮੇਰਾ ਚਾਹੇ ਹਵਾਈ ਜਹਾਜ਼ ਖਰੀਦ ਲਈ। ਇਸ 'ਤੇ ਬਹਿਣਾ ਬਹਿ, ਨਹੀਂ ਬਹਿਣਾ ਨਾ ਬਹਿ। 10 ਸਾਲ ਅਗੋਂ ਨੂੰ ਕਮਾਉਂਦੇ ਆਪ ਤਾਂ ਹਵਾਈ ਜਹਾਜ਼ ਖਰੀਦ ਨਹੀਂ ਹੋਇਆ। ਸੋ ਇਸ ਤਰ੍ਹਾਂ ਹੈ, ਆਪਣੀ ਜੇਬ ਦੇਖਣੀ ਚਾਹੀਦੀ ਹੈ। ਇਹ ਨਹੀਂ ਕਿ ਪੁੱਤਰ ਹੈ ਤੇ ਉਹਦੇ ਮੋਹ 'ਚ ਆ ਕੇ ਉਹਦੇ ਗਲਤ ਗੱਲਾਂ ਮੰਨਦੇ ਰਹੋ। ਬਿਨਸ ਜਾਹੇ ਮਾਇਆ ਕੇ ਹੇਤ, ਕਹਿੰਦਾ ਵਾਰੀ ਵਾਰੀ ਤੂੰ ਪਰਮਾਤਮਾ ਦਾ ਨਾਮ ਜਪ, ਮਾਇਆ ਨਾਲ ਜਿੰਨੇ ਮੋਹ ਨੇ ਸਾਰੇ ਖਤਮ ਹੋ ਜਾਣਗੇ। ਹਰ ਅਬਿਨਾਸ਼ੀ ਤੁਮਰੈ ਸੰਗ, ਪਰਮਾਤਮਾ ਜੋ ਸਦਾ ਰਹਿਣ ਵਾਲਾ ਅਬਿਨਾਸ਼ੀ, ਜੋ ਨਾਸ਼ ਨਹੀਂ ਹੁੰਦਾ, ਜੋ ਸਦਾ ਰਹਿਣ ਵਾਲਾ ਹੈ, ਤੁਮਰਾ ਸੰਗ, ਉਹ ਤਾਂ ਤੇਰੇ ਨਾਲ ਹੈ, ਉਹ ਤੇਰੇ ਨਾਲ ਹੈ। ਮਨ ਮੇਰੇ ਰਚ ਰਾਮ ਕੈ ਰੰਗ, ਹੇ ਮੇਰੇ ਮਨ ਤੂੰ ਪਰਮਾਤਮਾ ਦੇ ਪਿਆਰ 'ਚ ਰਚ ਮਿਚ ਜਾ। ਰੰਗ ਹੁੰਦਾ ਪਿਆਰ, ਤੂੰ ਪਰਮਾਤਮਾ ਦੇ ਪਿਆਰ ਵਿੱਚ ਰਚ ਮਿਚ ਜਾ। ਉਹ ਪਰਮਾਤਮਾ ਤੇਰੇ ਨਾਲ ਹੀ ਹੈ, ਉਹਨੂੰ ਵਾਰੀ ਵਾਰੀ ਯਾਦ ਕਰੀ ਜਾ, ਕਰੀ ਜਾ, ਕਰੀ ਜਾ, ਕਰੀ ਜਾ। ਮੈਂ ਤਾਂ ਕਹਿੰਦਾ ਮਾਇਆ ਦਾ ਹੇਤ ਹੀ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਵਸ 'ਚ ਆ ਜਾਂਦੇ ਨੇ ਨਾਮ ਜਪਣ ਨਾਲ। ਇਸੇ ਨਾਮ ਜਪਦੇ ਜਾਣਾ ਹੈ। ਅਸੀਂ ਇਹਨਾਂ ਦੇ ਅਧੀਨ ਕਿਉਂ ਹਾਂ? ਕਿਉਂਕਿ ਸਾਡੀ ਸੋਚ ਨੀਵੀਂ ਹੈ। ਪਰਮਾਤਮਾ ਦੇ ਨਾਮ ਨੇ ਸਾਡੀ ਸੋਚ ਨੂੰ ਉੱਚੀਆਂ ਕਰਨਾ ਹੈ। ਜਿਉਂ ਜਿਉਂ ਸੋਚ ਉੱਚੀ ਹੁੰਦੀ ਜਾਏਗੀ, ਅਸੀਂ ਇਹਨਾਂ ਘਟੀਆ ਕਰਮਾਂ ਨੂੰ ਛੱਡਦੇ ਜਾਵਾਂਗੇ। ਤਾਂ ਗੁਰੂ ਮਹਾਰਾਜ ਕਹਿੰਦੇ ਵਾਰੀ ਵਾਰੀ ਕਦੇ ਨਾਮ ਜਪੀ ਜਾਓ। ਮਸ਼ੀਨਾਂ ਨੇ ਘੁੰਮੀ ਜਾਂਦੀਆਂ, ਘੁੰਮੀ ਜਾਂਦੀਆਂ, ਘੁੰਮੀ ਜਾਂਦੀਆਂ, ਕਿੰਨਾ ਕੰਮ ਕਰ ਦਿੰਦੀਆਂ। ਰੈਪੀਟੇਸ਼ਨ 'ਚ ਹੈ ਸਾਰੀ ਜ਼ਿੰਦਗੀ, ਰੈਪੀਟੇਸ਼ਨ 'ਤੇ ਖੜੀ ਹੈ। ਰਿਪੀਟ ਕਰਨਾ, ਸਵੇਰੇ ਰੋਟੀ ਖਾਧੀ, ਫਿਰ ਦੁਪਹਿਰੇ ਖਾਧੀ, ਫਿਰ ਰਾਤ ਨੂੰ ਖਾਧੀ, ਸਵੇਰੇ ਪਾਣੀ ਪੀਤਾ, ਫਿਰ ਪਾਣੀ ਪੀਤਾ, ਫਿਰ ਪਾਣੀ ਪੀਤਾ, ਰੋਜ਼ ਸੁੱਤੇ, ਅਗਲੀ ਰਾਤ ਵੀ ਸੁੱਤੇ, ਅਗਲੀ ਰਾਤ ਵੀ ਸੁੱਤੇ। ਸਾਰੀ ਹਰ ਇੱਕ ਚੀਜ਼ ਰੈਪੀਟੇਸ਼ਨ 'ਤੇ ਹੈ।
ਇਸ ਲਈ ਵਾਹਿਗੁਰੂ 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 ਰਿਪੀਟ ਕਰਦੇ ਰਹਿਣ, ਵਾਰੀ 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 ਦਾ ਨਾਮ ਜਪੀ ਜਾਣਾ। ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ, ਸਿਰਫ ਨਾਮ ਜਪੀ ਜਾਣੇ। ਜੋ ਪਰਮਾਤਮਾ 'ਚ ਗੁਣ ਨੇ ਉਹ ਤੁਹਾਡੇ 'ਚ ਆਪਣੇ ਆਪ ਹੀ ਪੈਦਾ ਹੋਣੇ ਸ਼ੁਰੂ ਹੋ ਜਾਣੇ। ਕਿੱਡੀ ਵੱਡੀ ਗੱਲ ਹੈ। ਕੋਈ ਪਰਮਾਤਮਾ ਨਹੀਂ ਕਹਿਣ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਮੇਰੇ ਤੇ ਅੰਦਰ ਦਇਆ ਪੈਦਾ ਕਰ, ਮੇਰੇ ਅੰਦਰ ਫਲਾਣਾ ਕਰ, ਮੈਂ ਪੜ੍ਹਾਈ 'ਚ ਹੁਸ਼ਿਆਰ ਹੋ ਜਾ, ਮੈਂ ਇਹ ਹੋ ਨਹੀਂ। ਬੰਦੇ ਵੈਸੇ ਇੰਟੈਲੀਜੈਂਟ ਹੋ ਜਾਣੇ ਨਾਮ ਜਪਣ ਵਾਲੇ ਨੇ। ਨਾਮ ਜਪਣ ਵਾਲੇ ਬੰਦੇ ਦਾ ਵੈਸੇ ਹੀ ਦਿਮਾਗ ਹੌਲੀ 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 ਤੇਜ਼ ਹੋ ਜਾਣਾ ਕਿ ਪਰਮਾਤਮਾ ਬਹੁਤ ਦਿਮਾਗ ਵਾਲਾ ਹੈ। ਜੋ ਰੱਬੀ ਗੁਣ ਨੇ ਉਹ ਤੁਹਾਡੇ 'ਚ ਆਪਣੇ ਆਪ ਹੀ ਪ੍ਰਵੇਸ਼ ਕਰਦੇ ਜਾਣੇ। ਹੁਣ ਬਸ ਅਸੀਂ ਤਾਂ ਵਾਹਿਗੁਰੂ 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 ਕਰੀ ਜਾਣਾ। ਜੋ ਰੱਬ ਦੇ ਵਿਰੋਧੀ ਚੀਜ਼ਾਂ ਸਾਡੇ ਮਨ ਵਿੱਚ ਹਨ ਉਹਨਾਂ ਨੂੰ ਨਿਕਲਦੇ ਜਾਣਾ ਹੈ, ਉਹ ਨਿਕਲ ਜਾਣਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਮਨ ਆਪਣੇ ਮੈਂ ਫਿਰ ਫਿਰ ਚੇਤ, ਮਨ ਆਪਣੇ ਮੈਂ ਫਿਰ ਫਿਰ ਚੇਤ, ਮਨ ਆਪਣੇ ਮੈਂ। ਉੱਚੀ ਬੋਲੋ, ਆਪਣੇ ਮੈਂ ਫਿਰ ਫਿਰ ਚੇ ਬਿਨਸ ਜਾਹੇ ਮਾਇਆ ਕੇ ਹੇਤ, ਬਿਨਸ ਜਾਹੇ ਮਾਇਆ ਕੇ ਹੇਤ, ਜਾਹੇ ਮਾਇਆ ਕੇ ਹੇਤ, ਬਿਨਸ ਜਾਹੇ ਮਾਇਆ ਕੇ ਹਰ ਅਬਿਨਾਸ਼ੀ ਤੁਮਰੇ ਸੰਗ, ਹਰ ਅਬਿਨਾਸ਼ੀ ਤੁਮਰੇ ਸੰਗ, ਹਰ ਅਬਿਨਾਸ਼ੀ ਮਨ ਮੇਰੇ ਰਚ ਰਾਮ ਕੇ ਰੰਗ, ਮਨ ਮੇਰੇ ਰਚ ਰਾਮ ਕੇ ਰੰਗ, ਰਚ ਰਾਮ ਕੇ ਰੰਗ। ਬਸ ਪਿਆਰ ਸਹਿਤ ਵਾਹਿਗੁਰੂ 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 ਕਰੀ ਜਾਣਾ। ਜਿਵੇਂ ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਬਸ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ। ਤੁਸੀਂ ਗਰੀਬ ਹੋ ਅਮੀਰ ਹੋਣੇ ਸ਼ੁਰੂ ਹੋ ਜਾਓਗੇ, ਦੁਖੀ ਹੋ ਸੁਖੀ ਹੋਣੇ ਸ਼ੁਰੂ ਹੋ ਜਾਓਗੇ। ਸੋ ਪਰਮਾਤਮਾ ਦੇ ਨਾਮ 'ਚ ਹੀ ਸਭ ਕੁਛ ਹੈ। ਅੱਗੇ ਕਹਿੰਦੇ ਜਾ ਕੇ ਕਾਮ ਉਤਰੈ ਸਭ ਭੂਖ, ਜਿਸ ਦੇ ਕੰਮ ਨਾਲ ਪਰਮਾਤਮਾ ਦਾ ਇੱਕੋ ਕੰਮ ਹੈ ਨਾਮ ਜਪੋ। ਕਹਿੰਦੇ ਮੇਰਾ ਕਹਿੰਦੇ ਸਿਰਫ ਮੇਰਾ ਨਾਮ ਜਪਣਾ। ਇੱਥੇ ਕਾਮ ਤੋਂ ਭਾਵ ਹੈ ਨਾਮ ਜਪਣ ਤੋਂ। ਜਿਸ ਦਾ ਨਾਮ ਜਪਣ ਨਾਲ ਉਤਰੈ ਸਭ ਭੂਖ, ਹਰ ਪ੍ਰਕਾਰ ਦੀ ਭੁੱਖ ਦੂਰ ਹੋ ਜਾਂਦੀ ਹੈ। ਰੋਟੀਆਂ ਦੀ ਨਹੀਂ, ਇਸ ਸਰੀਰ ਦੀ ਲੋੜ ਹੈ। ਹਾਂ, ਭਜਨ ਬੰਦਗੀ ਜਦ ਅਵਸਥਾ ਉੱਚੀ ਹੁੰਦੀ ਹੈ ਫਿਰ ਭੋਜਨ ਵੀ ਬਹੁਤ ਥੋੜ੍ਹਾ ਚਾਹੀਦਾ ਹੈ, ਥੋੜ੍ਹੇ ਜਿਹੇ ਨਾਲ ਹੀ ਸਰ ਜਾਂਦਾ ਬੰਦੇ ਦਾ। ਇੱਕ ਫਿਰ ਸਭ ਤੋਂ ਉੱਚੀ ਅਵਸਥਾ ਹੈ ਕਿ ਭੁੱਖ ਲੱਗਦੀ ਹੀ ਨਹੀਂ, ਜੀ ਕਰਦਾ ਖਾਓ, ਜੀ ਕਰਦਾ ਨਾ ਖਾਓ। ਜਿਵੇਂ ਗੁਰੂ ਨਾਨਕ ਦੇਵ ਜੀ ਸਨ, ਕਈ ਦਿਨ ਖਾਂਦੇ ਪੀਂਦੇ ਕੁਛ ਨਹੀਂ ਸਨ। ਜਾ ਕੇ ਕਾਮ, ਜਿਸ ਦੇ ਸਿਮਰਨ ਨਾਲ ਉਤਰੈ ਸਭ ਭੂਖ, ਹਰ ਪ੍ਰਕਾਰ ਦੀ ਭੁੱਖ ਖਤਮ ਹੋ ਜਾਂਦੀ ਹੈ। ਜਾ ਕੇ ਕਾਮ ਨ ਜੋ ਹੈ ਦੂਤ, ਜੋ ਹੁੰਦਾ ਮਾੜੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਤੱਕਣਾ। ਪਰਮਾਤਮਾ ਦਾ ਸਿਮਰਨ ਕਰਕੇ ਜਮਦੂਤ ਵੇਖਦੇ ਨਹੀਂ ਤੁਹਾਡੇ ਵੱਲ, ਉਹ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਲੈਣ ਹੀ ਨਹੀਂ ਆਉਣਗੇ। ਪਰਮਾਤਮਾ ਦਾ ਹੁਕਮ ਹੈ
ਕਿ ਜਿੱਥੇ ਮੇਰਾ ਨਾਮ ਜਪਿਆ ਜਾਂਦਾ ਹੈ, ਹੇ ਜਮਦੂਤੋ ਤੁਸੀਂ ਉੱਥੇ ਨਹੀਂ ਜਾਣਾ, ਬਸ ਆਉਣਾ ਹੀ ਨਹੀਂ। ਜਾ ਕੇ ਕਾਮ ਤੇਰਾ ਵੱਡ ਗਮਰ, ਗਮਰ ਹੁੰਦਾ ਤਪ ਤੇਜ, ਪ੍ਰਤਾਪ ਜਿਹਨੂੰ ਕਹਿੰਦੇ, ਜਿਸ ਦਾ ਸਿਮਰਨ ਕਰਨਾ ਤੇਰਾ ਬਹੁਤ ਤਪ ਤੇਜ ਹੋ ਜਾਏਗਾ, ਜਿਹੜਾ ਬੜਾ ਪ੍ਰਤਾਪ ਹੋ ਜਾਏਗਾ। ਜਾ ਕੇ ਕਾਮ ਹੋਵੇਂ ਤੂੰ ਅਮਰ, ਜਿਸ ਦਾ ਸਿਮਰਨ ਕਰਕੇ ਤੂੰ ਅਮਰ ਹੋ ਜਾਏਗਾ। ਅਮਰ, ਮਰਨ ਤੋਂ ਰਹਿਤ ਹੋ ਜਾਣਾ, ਜੰਮਣ ਮਰਨ ਤੋਂ ਰਹਿਤ ਹੋ ਜਾਣਾ, ਉਹਨੂੰ ਕਹਿੰਦੇ ਅਮਰ ਹੋ ਗਿਆ। ਜਿਸ ਦਾ ਸਿਮਰਨ ਕਰਕੇ ਤੂੰ ਅਮਰ ਹੋ ਜਾਏਗਾ। ਪਰਮਾਤਮਾ ਦਾ ਸਿਮਰਨ ਕਰਨ ਨਾਲ ਮਾਇਆ ਦੀ ਭੁੱਖ, ਤ੍ਰਿਸ਼ਨਾਵਾਂ ਦੀ ਭੁੱਖ ਸਭ ਖਤਮ ਹੋ ਜਾਂਦੀ ਹੈ। ਰੋਟੀ ਦੀ ਭੁੱਖ ਤੋਂ ਬਿਨਾਂ ਹਰ ਪ੍ਰਕਾਰ ਦੀ ਭੁੱਖ ਖਤਮ ਹੋ ਜਾਂਦੀ ਹੈ, ਕਿਉਂਕਿ ਭੋਜਨ ਤਾਂ ਸਰੀਰ ਲਈ ਜ਼ਰੂਰੀ ਹੈ ਨਾ। ਹਵਾ, ਪਾਣੀ, ਭੋਜਨ, ਤਿੰਨ ਚੀਜ਼ਾਂ ਸਰੀਰ ਲਈ ਜ਼ਰੂਰੀ ਹਨ, ਇਹਨਾਂ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਕੱਪੜਿਆਂ ਤੋਂ ਬਿਨਾਂ ਚੱਲ ਸਕਦਾ ਹੈ, ਘਰ-ਬਾਰ ਤੋਂ ਬਿਨਾਂ ਚੱਲ ਸਕਦਾ ਹੈ, ਪਰਿਵਾਰ ਤੋਂ ਬਿਨਾਂ ਚੱਲ ਸਕਦਾ ਹੈ, ਪਰ ਪਾਣੀ, ਹਵਾ ਅਤੇ ਭੋਜਨ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਹਾਂ, ਭੋਜਨ ਹੈ ਵੀ ਰੋਟੀ ਨਹੀਂ ਖਾਣੀ, ਫਲ ਖਾ ਲਓ, ਕੋਈ ਭੋਜਨ ਹੀ ਹੈ। ਇਹ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ। ਫਿਰ ਜਿਉਂ ਇਹ ਚੀਜ਼ ਹੁੰਦੀਆਂ, ਫਿਰ ਪਈ ਅੱਗੇ ਕੁੱਲੀ, ਗੁੱਲੀ, ਜੁੱਲੀ ਸਭ ਕੁਛ ਸ਼ੁਰੂ ਹੋ ਜਾਂਦਾ। ਫਿਰ ਕੱਪੜੇ ਵੀ ਚਾਹੀਦੇ ਨੇ, ਰਹਿਣ ਨੂੰ ਘਰ ਵੀ ਚਾਹੀਦਾ, ਡਾਕਟਰੀ ਸਹੂਲਤਾਂ ਵੀ ਚਾਹੀਦੀਆਂ ਹਨ। ਸਿਮਰਨ ਕਰੀ ਜੋ, ਸਾਰੀਆਂ ਚੀਜ਼ਾਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ। ਪਰਮਾਤਮਾ ਐਸਾ ਜਿਹੜਾ ਕਿਰਪਾ ਕਰਦਾ, ਉਹ ਕੁਛ ਕਰ ਦਿੰਦਾ ਜਿਹਦੇ ਬੰਦੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਹੈ। ਜਿਨ੍ਹਾਂ ਗੱਲਾਂ ਦਾ ਬੰਦੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ, ਪਰਮਾਤਮਾ ਉਹ ਵੀ ਕਰ ਦਿੰਦਾ ਹੈ। ਬੰਦਾ ਹੈਰਾਨ ਪਰੇਸ਼ਾਨ ਰਹਿ ਜਾਂਦਾ ਹੈ ਯਾਰ। ਉਹਨੂੰ ਕੀ ਹੈ, ਉਹ ਕਿਸੇ ਵੇਲੇ ਤੁਹਾਡੀ ਗਰੀਬੀ ਦੂਰ ਕਰ ਸਕਦਾ ਹੈ। ਬਾਈ ਚਾਂਸ ਹੁਣ ਪਰਮਾਤਮਾ ਨੇ ਤੁਹਾਨੂੰ ਅਮੀਰ ਕਰਨਾ ਹੈ, ਰਾਤੇ ਰਾਤ ਤੁਹਾਨੂੰ ਅੰਦਰ ਬੈਠਾ ਪ੍ਰੇਰੇਗਾ, ਲਾਟਰੀ ਪਾ ਦੇ। ਤੁਸੀਂ ਔਖੇ ਸੌਖੇ 100 ਰੁਪਏ ਦੀ 50 ਸਟਾਰ ਦੀ ਲਾਟਰੀ ਪਾ ਦੇ, ਜੋ ਨਿਕਲੇ 1.5 ਕਰੋੜ ਨਿਕਲੇ, ਜਾ ਤੇਰੀ ਗਰੀਬੀ ਦੂਰ ਹੋਈ। ਦਾਤੇ ਦੇ ਰੰਗ ਨੇ, ਬਸ ਸਿਰਫ ਵਸਦੇ ਉਹਦਾ ਨਾਮ ਜਪੀ ਜਾਣਾ। ਚਿੰਤਾ ਚੁੰਤਾ ਨਹੀਂ ਕਰਨੀ ਫਜ਼ੂਲ ਦੀ, ਤੁਸੀਂ ਨਾਮ ਜਪੀ ਜੋ। ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤ। ਗੱਲ ਖਤਮ ਹੋ ਗਈ। ਜੋ ਜਨ ਤੁਮਰੀ ਭਗਤ ਕਰੰਤੇ, 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 ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ। ਸੋ ਬਸ ਨਾਮ ਜਪੀ ਜਾਣਾ ਹੁੰਦਾ, ਬਾਕੀ ਸਭ ਆਪਣੇ ਪਰਮਾਤਮਾ ਸਭ ਕੁਛ ਕਰ ਦੇਣਾ ਹੈਗਾ। ਤੁਹਾਡੀ ਕਿਸਮਤ ਹੀ ਪਰਮਾਤਮਾ ਨੇ ਬਦਲ ਦੇਣੀ ਹੈ। ਕਿਹੋ ਜਿਹੀ ਵੀ ਤੁਸੀਂ ਲਿਖਾ ਕੇ ਲਿਆ, ਪਰਮਾਤਮਾ ਨੇ ਕਿਸਮਤ ਹੀ ਬਦਲ ਦੇਣੀ। ਨਾਮ ਜਪੀ ਜੋ ਬਸ, ਉੜਦੇ ਬੈਠਦੇ ਤੁਰਦੇ ਫਿਰਦੇ ਜਿੰਨਾ ਸਮਾਂ ਲੱਗੇ ਵੱਧ ਤੋਂ ਵੱਧ ਭਜਨ ਬੰਦਗੀ ਕਰੋ। ਪਾਠ ਕਰਦੇ ਤਾਂ ਫਿਰ ਵੀ ਸਾਨੂੰ ਪਾਠ ਆਉਣਾ ਚਾਹੀਦਾ, ਤਾਂ ਅਸੀਂ ਕਰ ਸਕਦੇ ਹਾਂ। ਕਈ ਵਾਰੀ ਮੂੰਹ ਜ਼ਬਾਨੀ ਯਾਦ ਨਹੀਂ, ਗੁਟਕਾ ਚਾਹੀਦਾ, ਪੋਥੀ ਚਾਹੀਦੀ ਹੈ। ਫਿਰ ਉਹਦੇ ਲਈ ਹੁੰਦਾ ਵੀ ਜੇ ਗੁਟਕਾ ਹੱਥ 'ਚ ਪੋਥੀ ਹੈ ਤਾਂ ਫਿਰ ਬਹਿਣਾ ਵੀ ਹੈ, ਹੱਥ ਸਾਫ ਸੁਥਰੇ ਵੀ ਹੋਣੇ ਚਾਹੀਦੇ ਹਨ। ਸਿਮਰਨ ਤਾਂ ਕਿਸੇ ਵੀ ਹਾਲਤ ਵਿੱਚ ਕੀਤਾ ਜਾ ਸਕਦਾ ਹੈ। ਉਹਦੇ ਜ਼ਰੂਰੀ ਕਿ ਤੁਸੀਂ ਨਹਾਤੇ ਹੋਏ ਹੋ ਜਾਂ ਜ਼ਰੂਰ ਬੈਠੇ ਹੋਏ ਹੋ, ਤੁਰ ਰਹੇ ਹੋ, ਲੇਟੇ ਹੋ, ਜਿਸ ਵੀ ਅਵਸਥਾ 'ਚ ਆਪਣਾ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਬਾਕੀ ਸਭ ਕੁਝ ਪਰਮਾਤਮਾ ਨੂੰ ਛੱਡ ਦਿਓ, ਆਪੇ ਸਭ ਕੁਛ ਕਰ ਦੇਗਾ। ਅਤੇ ਉਹ ਕਰ ਦੇਗਾ ਜੇ ਤਾਂ ਤੁਹਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਜਾ ਕੇ ਚਾਕਰ ਕੋ ਨਹੀਂ ਡਾਨ। ਡਾਨ ਹੁੰਦਾ ਦੁੱਖ, ਡਾਨ ਮੈਨੇ ਡੰਨ ਵੀ ਹੁੰਦਾ। ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਰਾਜੇ ਵਾਲੇ ਡੰਨ ਲਾ ਦਿੰਦੇ ਸਨ,
ਵੀ ਇੰਨਾ ਭਰੋ ਜੀ ਤੁਸੀਂ ਆ ਕਸੂਰ ਕੀਤਾ ਹੋਇਆ, ਇੱਥੇ ਪਾਵੇ ਦੁੱਖ ਤੋਂ। ਜਾ ਕੇ ਚਾਕਰ ਕੋ ਨਹੀਂ ਡਾਣ, ਜਿਸ ਪਰਮਾਤਮਾ ਦੇ ਸੇਵਕ ਨੂੰ ਕੋਈ ਦੁੱਖ ਹੀ ਨਹੀਂ ਹੈ। ਜਾ ਕੇ ਚਾਕਰ ਕੋ ਨਹੀਂ ਬਾਣ, ਬਾਣ ਆਦਤ ਨੂੰ ਕਹਿੰਦੇ ਨੇ। ਪਿੰਡਾਂ ਕਿਹਾ ਇਹਨੂੰ ਭੈੜੀ ਬਾਣ ਪੈ ਗਈ ਹੈ, ਭੈੜੀ ਆਦਤ। ਪਰਮਾਤਮਾ ਦੇ ਸੇਵਕ ਨੂੰ ਕੋਈ ਭੈੜੀ ਆਦਤ ਹੀ ਨਹੀਂ ਪੈਂਦੀ। ਉਹ ਭੈੜੀ ਆਦਤ ਪਵੇ ਨਾ ਉਹ ਬਰਬਾਦ ਹੋਵੇ। ਭੈੜੀਆਂ ਆਦਤਾਂ ਮਨੁੱਖ ਨੂੰ ਬਰਬਾਦ ਕਰਦੀਆਂ ਨੇ, ਉਹਨੂੰ ਭੈੜੀ ਆਦਤ ਹੀ ਨਹੀਂ ਪੈਂਦੀ। ਜੇ ਮੰਨ ਲਓ ਤੁਸੀਂ ਵੈਸ਼ਨੂੰ ਹੋ, ਠੀਕ ਹੈ, ਤਾਂ ਤੁਹਾਡੇ ਘਰ ਦਾ ਖਰਚਾ ਕੋਈ ਬਹੁਤਾ ਨਹੀਂ ਹੋਵੇਗਾ। ਜੇ ਤੁਹਾਡਾ ਰਾਸ਼ਨ ਪਾਣੀ ਮਹੀਨੇ ਦਾ ਕੁਝ ਕੁ ਹਜ਼ਾਰ ਦਾ ਆ ਜਾਏਗਾ। ਹਾਂ ਪਰ ਜੇ ਹੋਰ ਆਦਤਾਂ ਨੇ ਤਾਂ ਫਿਰ ਭਾਵੇਂ ਇੱਕ ਦਿਨ ਜਿੰਨੇ ਮਰਜ਼ੀ ਉਜਾੜ ਦਿਓ। ਦੁੱਖ ਮੈਨੂੰ ਉਦੋਂ ਹੁੰਦਾ ਹੈ ਜਦੋਂ ਲੋਕਾਂ ਨੂੰ ਪੈਸਾ ਵਰਤਣਾ ਨਹੀਂ ਆਉਂਦਾ। ਲੋਕ ਪੈਸਾ ਖਰਚਦੇ ਨੇ, ਲੋਕ ਪੈਸਾ ਵਰਤਣਾ ਹੈ, ਖਰਚਣਾ ਨਹੀਂ ਹੈ। ਪਹਿਲਾਂ ਤਾਂ ਕਿੰਨੀ ਦੇਰ ਸੰਗਤ ਨੂੰ ਮੇਰੀ ਗੱਲ ਹੀ ਨਹੀਂ ਸਮਝ ਆਈ ਵੀ ਖਰਚਣ ਅਤੇ ਵਰਤਣ 'ਚ ਕੀ ਫਰਕ ਹੈ। ਖਰਚ ਤਾਂ ਤੁਸੀਂ ਇੱਕ ਦਿਨ ਲੱਖਾਂ ਰੁਪਈਏ ਸਕਦੇ ਹੋ, ਵਰਤਣ ਨਾਲ ਇੰਨਾ ਪੈਸਾ ਨਹੀਂ ਮੁੱਕਦਾ ਹੈਗਾ। ਪੈਸੇ ਦੀ ਵਰਤੋਂ ਹੀ ਨਹੀਂ ਸਾਨੂੰ ਤੇ ਆਉਂਦੀ ਹੈਗੀ। ਦੁੱਖ ਉਦੋਂ ਹੁੰਦਾ ਕਿ ਜੋ ਸਾਡੇ ਕੋਲ ਹੈ ਉਹੀ ਨਹੀਂ ਸਾਨੂੰ ਵਰਤਣਾ ਆਉਂਦਾ। ਵੇਹਲ ਹੈ ਉਹ ਨਹੀਂ ਵਰਤਣੀ ਆਉਂਦੀ, ਪੈਸਾ ਹੈ ਉਹ ਨਹੀਂ ਵਰਤਣਾ ਆਉਂਦਾ, ਜਵਾਨੀ ਹੈ ਉਹ ਨਹੀਂ ਵਰਤਣੀ ਆਉਂਦੀ, ਸਿਹਤ ਮਿਲੀ ਤੰਦਰੁਸਤ ਉਹ ਨਹੀਂ ਵਰਤਣਾ ਆਉਂਦਾ। ਪੁੱਠੇ ਕੰਮ ਕਰਨੇ ਆਉਂਦੇ। ਜਿੰਨੇ ਵੀ ਪੁੱਠੇ ਕੰਮ ਕੀਤੇ ਜਾਂਦੇ ਹਨ ਇਹ ਸਭ ਤੰਦਰੁਸਤੀ ਕੀਤੇ ਜਾਂਦੇ ਨੇ। ਬਿਮਾਰ ਬੰਦਾ ਕੀ ਕਰੇਗਾ? ਇਹਦਾ ਮਤਲਬ ਸਾਨੂੰ ਜੋ ਕੁਛ ਸਾਡੇ ਕੋਲ ਹੈ ਉਹੀ ਵਰਤਣਾ ਹੀ ਨਹੀਂ ਆਉਂਦਾ ਹੈ। ਕਹਿੰਦੇ ਹਾਂ ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਸਾਨੂੰ ਕੋਈ ਬਰਬਾਦ ਨਹੀਂ ਕਰਦਾ। ਇਹ ਐਵੇਂ ਬਹਾਨੇਬਾਜ਼ੀ ਹੁੰਦੀ। ਸੋਝੀ ਹੀ ਨਹੀਂ ਕਿ ਜੋ ਕੁਛ ਹੈ ਉਹਨੂੰ ਵਰਤਣਾ ਕਿਵੇਂ ਹੈ। ਹਾਂ ਖਰਚਣਾ ਸਾਰਿਆਂ ਨੂੰ ਆਉਂਦਾ ਹੈ, ਇਸੇ ਲਈ ਕੰਗਾਲ ਹੋ ਗਏ। ਗਰੀਬੀ ਵੀ ਇਸੇ ਲਈ ਹੋ ਗਈ। ਅਜੇ ਸਾਡਾ ਤਾਂ ਫਿਰ ਵੀ ਠੀਕ ਹੈ, ਅਸੀਂ 6% ਗਰੀਬ ਹਾਂ। 100 'ਚੋਂ 6 ਬੰਦੇ ਗਰੀਬ ਗਿਣੇ ਗਏ ਨੇ ਪੰਜਾਬ ਦੇ। ਨਹੀਂ ਗਰੀਬੀ ਦੇ ਕੇਰਲਾ 'ਚ ਨਹੀਂ ਹੈਗੀ, ਉੱਥੇ ਗਰੀਬੀ 0%। ਅੱਜ ਅਖਬਾਰ ਸਾਰੇ ਅੰਕੜੇ ਛਪੇ ਸਨ। ਸਭ ਤੋਂ ਵੱਧ ਗਰੀਬ ਸਟੇਟ ਛੱਤੀਸਗੜ੍ਹ ਹੈ, ਦੂਜੇ ਨੰਬਰ 'ਤੇ ਬਿਹਾਰ ਹੈ, ਤੀਜੇ ਨੰਬਰ 'ਤੇ ਯੂਪੀ ਹੈ। ਇੱਥੇ ਤਾਂ 100 'ਚ 40 ਬੰਦੇ ਵੀ ਬੇਰੁਜ਼ਗਾਰ ਨੇ। ਇੱਥੇ ਇਹਨਾਂ 'ਚ ਬੜੀ ਗਰੀਬੀ ਹੈ। ਪੰਜਾਬ 'ਚ ਸਿਰਫ 6% ਗਰੀਬੀ ਹੈ। ਉਹ ਵੀ ਸਾਡੀ ਮੂਰਖਤਾ ਕਾਰਨ ਹੈ। ਇੱਕ ਅਸੀਂ ਕੰਮ ਕਰਕੇ ਰਾਜੀ ਨਹੀਂ, ਅਤੇ ਜਿੱਦੇ ਕਰਦੇ ਹਾਂ ਜੋ ਕਮਾ ਕੇ ਲੈਣ ਉਹਦੀ ਸ਼ਰਾਬ ਪੀ ਜਾਂਦੇ। ਸਾਡੀ ਗਰੀਬੀ ਨੇ ਦੂਰ ਕਿਉਂਕਿ ਸਾਡੇ ਕੋਲ ਜੋ ਕੁਛ ਹੈ ਸਾਨੂੰ ਵਰਤਣਾ ਹੀ ਨਹੀਂ ਆਉਂਦਾ। ਦਾਤਾ ਸੋਝੀ ਬਖਸ਼ੇ। ਨਹੀਂ ਤਾਂ ਪੰਜਾਬ ਨੂੰ ਤਾਂ ਜੇ ਕਿਤੇ ਪੈਸਾ ਵਰਤਣਾ ਆਉਂਦਾ ਇਹ ਤਾਂ ਬਹੁਤ ਅਮੀਰ ਹੋ ਜਾਂਦਾ। ਸੰਸਾਰ ਨੇ ਇਹਦੇ ਅੱਗੇ ਝੁਕਿਆ ਕਰਨਾ ਸੀ। ਹਾਂ ਇੰਨੇ ਅਮੀਰ ਹੋ ਜਾਣਾ ਸੀ ਨਾ ਲੋਕਾਂ ਨੇ। ਕੁਝ ਸਰਕਾਰਾਂ ਨੇ, ਕੁਝ ਦੁਸ਼ਮਣਾਂ ਨੇ, ਕੁਝ ਸਾਡੇ ਆਪਣੀ ਮੂਰਖਤਾ ਨੇ ਨਸ਼ਿਆਂ 'ਤੇ ਸਾਨੂੰ ਲਾ ਦਿੱਤਾ ਗਿਆ ਹੈ। ਬਰਬਾਦ ਹੋ ਗਿਆ ਪੰਜਾਬ। ਸੋ ਗੁਰੂ ਮਹਾਰਾਜ ਕਹਿੰਦੇ ਜਾ ਕੇ ਚਾਕਰ ਕੋ ਨਹੀਂ ਬਾਣ, ਬਾਣ ਦੀ ਭੈੜੀ ਆਦਤ। ਪਰਮਾਤਮਾ ਦੇ ਸੇਵਕ ਨੂੰ ਕੋਈ ਭੈੜੀ ਆਦਤ ਨਹੀਂ ਹੁੰਦੀ। ਜਾ ਕੇ ਦਫ਼ਤਰ ਪੁੱਛੇ ਨਾ ਲਿਖ, ਜਿਸ ਦੇ ਦਫ਼ਤਰ ਵਿੱਚ ਭਾਵ ਜਿਹਦੀ ਕਚਹਿਰੀ ਦੇ ਵਿੱਚ ਕੋਈ ਹਿਸਾਬ ਕਿਤਾਬ ਹੀ ਨਹੀਂ ਪੁੱਛਦਾ, ਕਿਉਂਕਿ ਉਹ ਸੇਵਕ ਹੈ ਪਰਮਾਤਮਾ ਦਾ। ਜਿਹੜਾ ਪਰਮਾਤਮਾ ਦਾ ਸੇਵਕ ਹੁੰਦਾ ਉਹਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ ਹੈਗੀ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਹੈ। ਤਾਂ ਕਿ ਚਾਕਰੀ ਕਰੋ ਵਿਸਿੱਖ। ਵਿਸਿੱਖ ਦਾ ਵਿਸ਼ੇਸ਼ ਤੌਰ 'ਤੇ ਇਹੋ ਜਿਹੇ ਪਰਮਾਤਮਾ ਦੀ ਚਾਕਰੀ ਕਰਨੀ ਚਾਹੀਦੀ ਹੈ, ਸੇਵਾ ਕਰਨ, ਸਿਮਰਨ ਕਰਨਾ ਚਾਹੀਦਾ ਹੈ। ਕਿਉਂਕਿ ਜਿਹੜਾ ਉਹਦਾ ਸਿਮਰਨ ਕਰਦਾ ਉਹਨੂੰ ਕੋਈ ਦੁੱਖ ਨਹੀਂ। ਜਿਹੜਾ ਸਿਮਰਨ ਕਰਦਾ ਉਹਨੂੰ ਕੋਈ ਭੈੜੀ ਆਦਤ ਨਹੀਂ ਪੈਂਦੀ। ਜਿਹੜਾ ਸਿਮਰਨ ਕਰਦਾ
ਉਹਦਾ ਧਰਮਰਾਜ ਕੋਈ ਹਿਸਾਬ ਕਿਤਾਬ ਨਹੀਂ ਮੰਗਦਾ। ਇਸ ਲਈ ਕਹਿੰਦੇ ਇਹੋ ਜਿਹੇ ਪਰਮਾਤਮਾ ਦੇ ਵਿਸ਼ੇਸ਼ ਤੌਰ 'ਤੇ ਸਿਮਰਨ ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਜਾ ਕੈ ਊਣ ਨਾਹੀ ਕਾਹੂ ਬਾਤ, ਏਕੈ ਆਪ ਅਨੇਕੈ ਭਾਂਤ। ਜਾ ਕੀ ਦ੍ਰਿਸ਼ਟ ਸਦਾ ਹੋਏ ਸਦਾ ਨਿਹਾਲ, ਮਨ ਮੇਰੇ ਕਰਤਾ ਕੀ ਕਾਲ। ਊਣ ਮੈਨੇ ਕਮੀ, ਹਾਲਾਂਕਿ ਭਾਂਡਾ ਜੀ ਊਣਾ ਹੈ ਤਾਂ ਪਾਣੀ ਦੀ ਕਮੀ ਉਹਦੇ 'ਚ। ਜੈ ਕੇ ਊਣ ਨਾਹੀ ਕਾਹੂ ਬਾਤ, ਕਾਹੂ ਮੈਨੇ ਕੋਈ ਵੀ, ਕਿਸੇ ਵੀ ਗੱਲ 'ਚ ਜਿਹਦੇ 'ਚ ਕਮੀ ਹੀ ਕੋਈ ਨਹੀਂ ਹੈ। ਪਰਮਾਤਮਾ ਦੇ ਕਿਸੇ ਗੱਲ ਕਿਸੇ ਕੰਮ 'ਚ ਕੋਈ ਕਮੀ ਨਹੀਂ ਹੈ। ਇੱਕ ਹੈ ਆਪ ਅਨੇਕੈ ਭਾਂਤ, ਪਰਮਾਤਮਾ ਇੱਕ ਵੀ ਹੈ ਅਤੇ ਅਨੇਕ ਵੀ ਹੈ। ਅਸੀਂ ਅਨੇਕ ਹਾਂ, ਸੱਚਖੰਡ ਬੈਠਾ ਉਹ ਇੱਕ ਹੈ। ਪਰਮਾਤਮਾ ਇੱਕ ਵੀ ਹੈ, ਪਰਮਾਤਮਾ ਕਈ ਤਰੀਕਿਆਂ ਨਾਲ ਭਾਂਤ, ਕਈ ਤਰੀਕਿਆਂ ਅਨੇਕ ਵੀ ਹੈ। ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਜਿਸ ਦੀ ਕਿਰਪਾ ਦ੍ਰਿਸ਼ਟੀ ਨਾਲ ਮਨੁੱਖ ਨਿਹਾਲ ਹੋ ਜਾਂਦਾ ਹੈ। ਆਨੰਦ 'ਚ ਰਹਿਣਾ, ਖੁਸ਼ ਰਹਿਣਾ। ਮਨ ਮੇਰੇ ਕਰਤਾ ਕੀ ਘਾਲ, ਘਾਲ ਹੁੰਦੇ ਮਿਹਨਤ, ਘਾਲਣਾ ਘਾਲਣਾ। ਹੇ ਮੇਰੇ ਮਨ, ਉਹਦੇ ਲਈ ਮਿਹਨਤ ਕਰ, ਉਹਦੇ ਲਈ ਸਿਮਰਨ ਕਰ, ਇਹ 'ਚ ਢਿੱਲ ਮੱਠ ਨਾ ਕਰ। ਜਿੰਨੇ ਵੀ ਵੱਧ ਤੋਂ ਵੱਧ ਤੂੰ ਭਜਨ ਬੰਦਗੀ ਕਰ ਸਕਦਾ ਓਨੀ ਕਰ। ਕਹਿੰਦੇ ਹਾਂ ਨਾ ਕੋ ਚਤੁਰ ਨਾ ਹੀ ਕੋ ਮੂੜਾ, ਮੂੜਾ 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 ਬੋਲ ਮੂਰਖ ਨੂੰ ਕਹਿੰਦੇ। ਨਾ ਕੋ ਚਤੁਰ ਨਾ ਹੀ ਕੋ ਮੂੜਾ, ਨਾ ਕੋ ਹੀਣ ਨਾ ਹੀ ਕੋ ਸੂਰਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਗ। ਚਤਰ ਮੈਨੇ ਸਿਆਣਾ, ਮੂੜਾ ਮੈਨੇ ਮੂਰਖ। ਆਪਣੇ ਆਪ ਦੇ ਵਿੱਚ ਕੋਈ ਮਨੁੱਖ ਸਿਆਣਾ ਨਹੀਂ, ਕੋਈ ਮੂਰਖ ਨਹੀਂ। ਕਿਸੇ ਨੂੰ ਪਰਮਾਤਮਾ ਨੇ ਸਿਆਣਾ ਬਣਾਤਾ, ਉਹ ਸਿਆਣਾ ਹੋ ਗਿਆ। ਕਿਸੇ ਨੂੰ ਮੂਰਖ ਬਣਾਤਾ, ਉਹ ਮੂਰਖ ਹੋ ਗਿਆ। ਆਪਣੇ ਆਪ 'ਚ ਨਾ ਕੋਈ ਸਿਆਣਾ ਹੈ ਨਾ ਕੋਈ ਮੂਰਖ ਹੈ। ਜੇ ਤੁਸੀਂ ਸਿਆਣੇ ਤਾਂ ਹਉਮੈ ਨਹੀਂ ਕਰਨੀ ਵੀ ਅਸੀਂ ਸਿਆਣੇ ਹਾਂ ਜੀ, ਇਹ ਮੂਰਖ ਨੇ ਜੀ। ਉਹ ਬਣਾਏ ਉਹਨਾਂ ਨੇ ਇਹ ਜੇ ਜਰਮਨ ਸੇ ਜਿੰਨੇ ਮਰਜ਼ੀ ਕਹੀ ਜੇ, ਇਹਨਾਂ ਨੇ ਤੁਹਾਨੂੰ ਵਰਤਣਾ ਨਹੀਂ ਆਉਂਦਾ, ਇਹਨਾਂ ਨੂੰ ਆਉਣਾ ਵੀ ਨਹੀਂ। ਉਹਨੂੰ ਲਾਏ ਇਸ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ, ਲੱਗਾ ਰਹੇ ਵੀ। ਦਿਨ ਰਾਤ ਮਿੱਟੀ ਕੱਟੇ 'ਚ ਵੀ ਰਲੀ ਜਾ ਅਤੇ ਭੁੱਖਾ ਵੀ ਮਰੀ ਜਾ, ਭੁੱਖਾ ਵੀ ਮਰੀ ਜਾ। ਬਹੁਤ ਸਾਰੇ ਨੇ। ਗੁਲਜ਼ਾਰ ਸਿੰਘ ਕਈ ਵਾਰੀ ਸੁਣਾਉਂਦਾ ਹੁੰਦਾ, ਕਹਿੰਦਾ ਸਾਡੇ 72 ਘਰ ਨੇ, ਸਿਰਫ ਅਸੀਂ 3 ਘਰ ਜਿਹੜੇ ਅੰਮ੍ਰਿਤਧਾਰੀ ਬਸ, ਬਾਕੀ ਸਾਰੇ ਦੇ ਸਾਰੇ ਪੀਣ ਵਾਲੇ ਨੇ, ਸਾਰੇ ਦੇ ਸਾਰੇ ਪੀਣ ਵਾਲੇ ਨੇ। ਕਦੇ ਮੈਨੂੰ ਬੜਾ ਸਮਝਾਉਣਾ ਵੀ, ਮੈਨੂੰ ਕਹਿਣਗੇ ਤੂੰ ਫਿਰਦਾ ਰਹਿਣਾ, ਕੰਮ ਧੰਦਾ ਕੋਈ ਨਹੀਂ ਕਰਦਾ ਹੈਗਾ ਤੂੰ। ਹਾਂ ਕਦੋਂ ਫਿਰਦਾ ਰਹਿਣਾ, ਜਦੋਂ ਅਸੀਂ ਦੇ ਤੂੰ ਫਿਰ ਰਿਹਾ ਹੁੰਦਾ, ਕੰਮ ਧੰਦਾ ਤੂੰ ਕਰਦਾ ਨਹੀਂ, ਹੈ ਤੇਰੇ ਕੋਲ ਸਾਰਾ ਕੁਛ ਹੈ। ਬਸ ਕਦੇ ਇਹੀ ਹੈ। ਤੁਸੀਂ ਆ ਜਾਓਗੇ ਸਤਸੰਗ ਭਵਨ 'ਚ, ਤੁਹਾਨੂੰ ਬਾਬਾ ਜੀ ਅਮੀਰ ਕਰ ਦੇਣਗੇ, ਆ ਜਾਓ। ਇੱਥੇ ਕੌਣ ਨਾ ਵੇ, ਸ਼ਰਾਬ ਛੱਡਣੀ ਪੈਣੀ, ਇੱਥੇ ਆਏਗਾ ਕਿਹੜਾ। ਨਾਲੇ ਉਹ ਵੈਸੇ ਵੀ ਸਿਆਣਾ ਸੀ, ਅੱਗੋਂ ਫਿਰ ਉਹ ਬਾਣੀਆਂ ਦੀ ਸੰਗਤ ਕਰਦਾ ਹੈ। ਬਾਬਾ ਬਾਬਾ ਵੀ ਹੈ ਨਾ, ਬਾਬਾ ਬਾਣੀਆਂ ਵੀ ਹੈ। ਅਤੇ ਹੁਣ ਜਿਹੜਾ ਬਾਣੀਆਂ ਦੀ ਸੰਗਤ ਕਰੇਗਾ ਉਹ ਫਿਰ ਹੌਲੀ ਹੌਲੀ ਬਾਣੀਆਂ ਹੋ ਜਾਏਗਾ ਨਾ। ਜੋ ਹਜ਼ਾਰਾਂ ਸਾਲਾਂ ਦੀ, ਮੈਂ ਇੱਕ ਦੁਕਾਨ ਦੀ ਗੱਲ ਕਰ ਸੀ, ਮੈਂ ਹਜ਼ਾਰਾਂ ਸਾਲਾਂ ਤੋਂ ਜਦੋਂ ਦਾ ਕਿਸਾਨ ਅਤੇ ਦੁਕਾਨਦਾਰ ਹੈ, ਇਹ ਕਿਸਾਨ ਜਿਹੜਾ ਹੈ ਭਾਵ ਜੱਟ ਜਿਹੜਾ ਹੈ, ਇਹ ਬਾਣੀਆਂ ਦਾ ਹੀ ਗੁਲਾਮ ਰਿਹਾ। ਹਾਂ ਉਹਨਾਂ ਕੋਲ ਜਾਂਦਾ ਸੀ ਜੀ, ਆ ਮੈਨੂੰ 50 ਰੁਪਏ ਉਧਾਰੇ ਦੇ ਦਿਓ ਜੀ, ਮੈਨੂੰ 100 ਰੁਪਏ ਉਧਾਰੇ ਦੇ ਦਿਓ। ਉਹ ਫਿਰ ਲੈਂਦੇ ਹੀ ਨਹੀਂ ਸੀ, ਉਹ ਅਨਪੜ੍ਹ ਟੋਲਾ ਸੀ, ਉਹਨੇ ਅੰਗੂਠਾ ਲਵਾ ਲੈਣਾ। ਜਦੋਂ ਫਿਰ ਪਿਛਲੇ ਸਾਲ, ਹੁਣ ਦੇਖੋ ਪ੍ਰਧਾਨ ਮੰਤਰੀ ਮੋਦੀ ਇਹ ਬਾਣੀ ਹੁੰਦੇ ਨੇ। ਮੈਂ ਕਿਹਾ ਲੈ ਵੀ ਜੈਮਲ ਸਿਆ, ਬਾਣੀਏ ਤੇ ਜੱਟ ਤਾਂ ਹੁਣ ਹੋ ਗਿਆ। ਅੱਜ ਤੱਕ ਤਾਂ ਜੱਟ ਜਿੱਤਿਆ ਨਹੀਂ ਹੈਗਾ, ਬਾਣੀ ਨੇ ਗੁਲਾਮ ਬਣਾਈ ਰੱਖਿਆ ਹਜ਼ਾਰਾਂ ਸਾਲਾਂ ਤੋਂ। ਇਹਨਾਂ ਜਦੋਂ ਦੀ ਵੀ ਬਣੇ
ਖੇਤੀਬਾੜੀ ਸ਼ੁਰੂ ਹੋਈ ਹੈ। ਦੇਖਦਿਆਂ ਵੀ ਹੈ ਇਹ ਪਹਿਲਾ ਮੌਕਾ, ਹਜ਼ਾਰਾਂ ਸਾਲਾਂ ਬਾਅਦ ਪਹਿਲਾ ਚਾਂਸ ਹੈ ਜਦੋਂ ਜੱਟਾਂ ਨੇ ਬਾਣੀ ਨੂੰ ਹਰਾਤਾ। ਬੜੀ ਵੱਡੀ ਪ੍ਰਾਪਤੀ ਹੈ। ਇਹ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ। ਹਜ਼ਾਰਾਂ ਸਾਲ ਕਿਤੇ ਗੁਲਾਮ ਰਹੋ ਤੇ ਫਿਰ ਤੁਸੀਂ ਆਜ਼ਾਦ ਹੋ ਜਾਓ। ਬੜੀ ਵੱਡੀ ਪ੍ਰਾਪਤੀ ਹੈ। ਹਾਂਜੀ ਹਾਂ, ਇਸ ਗੱਲ ਦਾ ਸ਼ਾਇਦ ਜੱਟਾਂ ਨੂੰ ਵੀ ਗਿਆਨ ਨਾ ਵੀ ਅਸੀਂ ਐਡੀ ਵੱਡੀ ਪ੍ਰਾਪਤੀ ਕਰ ਲਈ, ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਹੋਏ ਨੇ। ਹਾਂਜੀ, ਇਸ ਲਈ ਕਿਉਂਕਿ ਉਹ ਬਾਣੀਆਂ ਜਿਹੜੇ ਹੈ ਸਿਆਣੀ ਕੌਮ ਹੁੰਦੀ ਹੈ। ਜਦੋਂ 9ਵੀਂ ਤੱਕ ਮੈਂ ਇਹ ਕਹਿਣ ਲੱਗ ਪਿਆ ਵੀ ਭਰਾਵਾਂ ਨੂੰ ਵੀ ਤੁਸੀਂ ਬਾਣੀ ਵਾਲੀ ਸੋਚ ਰੱਖੋ, ਉਹ ਮੈਂ ਕਿਤੇ ਖਿੱਚ ਗਏ, ਕਹਿੰਦੇ ਬਾਣੀ ਵਾਲੀ ਸੋਚ ਕੀ ਹੁੰਦੀ ਹੈ? ਮੈਂ ਸੁਣ, ਮੈਂ ਸਕੂਲੋਂ ਆ ਰਿਹਾ ਸੀ, ਰਾਹ ਦੇ ਦੋ ਬਾਣੀਏ ਲੜ ਰਹੇ ਸਨ। ਦੁਕਾਨਦਾਰ ਉਹ ਲੜ, ਤੀਜੇ ਕੋਲੋਂ ਬਾਣੀਏ ਲੰਘਿਆ, ਕਹਿੰਦਾ ਮਾਰ ਧੋਤੀ ਦਾ ਪੱਲਾ। ਮੈਂ ਜੇ ਕਿਤੇ ਜੱਟ ਕੋਲ ਲਾ, ਉਹਨੇ ਕਿਹਾ ਮਾਰ ਡਾਂਗ, ਤੇ ਬਸ ਜਾਓ ਥਾਣੇ, ਤੇ ਫਿਰ ਵਕੀਲਾਂ ਕੋਲੇ ਜਾਓ, ਤੇ ਫਿਰ ਜੇਲ੍ਹਾਂ 'ਚ ਜਾਓ। ਧੋਤੀ ਦੇ ਪੱਲੇ ਨਾਲ ਕੀ ਹੋਣਾ? ਮੈਂ ਆਹ ਫਰਕ ਹੈ, ਤੁਹਾਡੀ ਸੋਚ ਅਤੇ ਬਾਣੀ ਦੀ ਸੋਚ 'ਚ ਆਹ ਫਰਕ ਹੈ। ਇਸ ਲਈ ਮੈਂ ਤੁਹਾਨੂੰ ਕਹਿਣਾ, ਇਹ ਜੱਟ ਵਾਲੀ ਸੋਚ ਛੱਡੋ, ਬਾਣੀ ਵਾਲੀ ਗ੍ਰਹਿਣ ਕਰ ਲਓ ਜੇ ਤੁਸੀਂ ਤਰੱਕੀ ਕਰਨੀ ਹੈ ਤਾਂ, ਨਹੀਂ ਤਾਂ ਨਹੀਂ ਤਰੱਕੀ ਹੋਵੇਗੀ। ਇਹ ਤਾਂ ਅਸੀਂ ਅੱਜ ਦੇ ਨਵੇਂ ਬਾਣੀਆਂ ਨੂੰ ਸ਼ਰਾਬ ਪੀਣ ਲਾਤਾ ਜੱਟਾਂ ਨੇ। ਜਿੰਨਾ ਬਾਣੀਆਂ ਨੇ ਜੱਟਾਂ ਦੀ ਸੰਗਤ ਕੀਤੀ, ਉਹਨਾਂ ਦੇ ਪੱਠਾ ਬਹਿ ਗਏ। ਉਹ ਮੀਟ ਖਾਣ ਲੱਗੇ, ਸ਼ਰਾਬਾਂ ਪੀਣ ਲੱਗੇ। ਉਹ ਹੁਣ ਕਹਿੰਦੇ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਵੀ ਆਹ ਖਾਈ ਪੀਵੀ ਦਾ ਹੁੰਦਾ। ਦੱਸੋ, ਕੋਈ ਨਹੀਂ, ਮੈਂ ਕੋਈ ਇਹਨਾਂ ਦਾ ਤਾਂ ਪੱਠਾ ਬੈਠਾ ਸਦੀਆਂ ਦਾ, ਤੁਹਾਡਾ ਵੀ ਫਿਰ ਬਹਿ ਜਾਏਗਾ। ਤੁਸੀਂ ਜੱਟਾਂ ਦੀ ਸੰਗਤ ਕਰਦੇ ਹੋ, ਪੀਵੋਗੇ ਹੁਣ, ਹੋਰ ਕੀ ਕਰੋ ਤੁਸੀਂ ਜਿਹਦੀ ਸੰਗਤ ਕਰ ਰਹੇ ਹੋ ਤੁਸੀਂ। ਕਈ ਵਾਰੀ ਅਸੀਂ ਦੂਜੇ ਨੂੰ ਨਹੀਂ ਬਦਲ ਸਕਦੇ ਹੁੰਦੇ, ਆਪ ਬਦਲ ਜਾਂਦੇ। ਸਵਾਦ ਤਾਂ ਸੀ ਕਿ ਬਾਣੀਆਂ ਦੋਸਤ ਬਣ ਗਿਆ ਜੱਟ ਦਾ, ਉਹ ਜੱਟ ਦੀ ਸੋਚ ਨੂੰ ਬਦਲਦਾ, ਉਹ ਆਪ ਹੀ ਜੱਟ ਦੀ ਸੋਚ ਵਾਲਾ ਹੋ ਗਿਆ। ਦੱਸ, ਜੇ ਤੇਰਾ ਚੰਗਾ ਪੱਠਾ ਬੈਠਾ, ਉਹਨਾਂ ਚਿਰ ਨਹੀਂ ਅਸੀਂ ਤਰੱਕੀ ਕਰ ਸਕਦੇ ਜਿੰਨਾ ਚਿਰ ਸਾਡੀ ਸੋਚ ਬਾਣੀ ਵਾਲੀ ਨਹੀਂ ਹੁੰਦੀ। ਹੁਣ ਕਈ ਮੇਰੇ ਤੋਂ ਪੁੱਛੀ ਜਾਣਗੇ ਕਿਵੇਂ ਕੀ ਕਰੀਏ ਜੀ, ਕਿਵੇਂ ਸੋਚ ਬਣਾਈਏ ਜੀ। 8ਵੀਂ ਤੱਕ ਮੈਨੂੰ ਬਾਹਮਣ ਕਹਿੰਦੇ ਰਹੇ ਘਰ 'ਚ। ਕਿੱਥੇ? ਕਹਿੰਦੇ ਬਾਹਮਣ ਸਾਡੇ ਘਰ ਪੈਦਾ ਹੋ ਗਿਆ, ਵੀ ਨਾ ਕੋਈ ਖਾਂਦਾ ਨਾ ਪੀਂਦਾ। 9ਵੀਂ ਤੋਂ ਬਾਅਦ ਮੈਨੂੰ ਕਹਿਣ ਲੱਗੇ ਸਾਡੇ ਘਰ ਬਾਣੀਆਂ ਪੈਦਾ ਹੋ ਗਏ। ਮੈਂ ਨਾ ਤੁਸੀਂ ਬਾਹਮਣ ਤੋਂ ਫਾਇਦਾ ਉਠਾਇਆ ਅਤੇ ਨਾ ਬਾਣੀਆਂ ਤੋਂ ਉਠਾਇਆ। ਸਵਾਦ ਤਾਂ ਸੀ ਵੀ ਤੁਸੀਂ ਇੱਥੇ ਬਾਣੀਏ ਬਾਹਮਣ ਅਤੇ ਬਾਣੀ ਤੋਂ ਫਾਇਦਾ ਉਠਾ ਲੈਂਦੇ। ਇੱਕੋ ਬੰਦੇ ਦੋ ਗੁਣ ਸਨ, ਬਾਣੀਆਂ ਵੀ ਅਤੇ ਬਾਹਮਣ ਵੀ, ਫਾਇਦਾ ਉਠਾ ਲੈਂਦੇ। ਕੋਈ ਤੁਹਾਡੇ ਕੋਲ ਬਣ ਜਾਂਦਾ ਕੁਛ ਨਹੀਂ। ਸੋ ਗੁਰੂ ਮਹਾਰਾਜ ਕਿਰਪਾ ਕਰ, ਸਾਨੂੰ ਸੋਚ ਬਦਲਣੀ ਪੈਣੀ। ਬਾਣੀ ਸੋਚ ਬਦਲਦੀ ਹੈ। ਚਲੋ ਉਦੋਂ ਤਾਂ ਮੈਨੂੰ ਬਾਣੀ ਦਾ ਗਿਆਨ ਹੀ ਨਹੀਂ ਸੀ ਹੈਗਾ, ਪਰ ਨਹੀਂ, ਮੇਰੇ ਕੁਦਰਤ ਨੇ ਮੇਰੀ ਸੋਚ ਜਿਹੜੀ ਸੀ ਇਹੋ ਜਿਹੀ ਬਣਾਤੀ ਸੀ। ਹਾਂ, ਅਤੇ ਉਹ ਠੀਕ ਸੀ ਸੋਚ। ਹਾਂ, ਕਿਉਂਕਿ ਇਹ ਬਹੁਤ ਵਧੀਆ ਸੋਚ ਹੈ ਬਾਣੀਆਂ ਵਾਲੀ ਅਤੇ ਬਾਹਮਣ ਵਾਲੀ। ਹਾਂ, ਗੁਰੂ ਮਹਾਰਾਜ ਕਹਿੰਦੇ ਨਾ ਕੋਈ ਚਤੁਰ ਨਾ ਹੀ ਕੋਈ ਮੂੜਾ, ਆਪਣੇ ਆਪ 'ਚ ਨਾ ਕੋਈ ਸਿਆਣਾ ਅਤੇ ਨਾ ਕੋਈ ਮੂਰਖ ਹੈ। ਮੂੜਾ ਮੂਰਖ ਹੈ। ਨਾ ਕੋ ਹੀਨ ਨਾ ਹੀ ਕੋ ਸੂਰਾ। ਸੂਰਾ ਕਹਿੰਦੇ ਬਹਾਦਰ ਨੂੰ, ਹੀਨ ਕਹਿੰਦੇ ਡਰਪੋਕ ਨੂੰ। ਆਪਣੇ ਆਪ ਦੇ ਵਿੱਚ ਨਾ ਕੋਈ ਡਰਪੋਕ ਹੈ ਅਤੇ ਨਾ ਕੋਈ ਬਹਾਦਰ ਹੈ। ਕਿਸੇ ਨੂੰ ਪਰਮਾਤਮਾ ਨੇ ਡਰਪੋਕ ਬਣਾਤਾ ਹੈ, ਕਿਸੇ ਨੂੰ ਬਹਾਦਰ ਬਣਾਤਾ ਹੈ। ਚਿੱਤ ਕੋ ਲਾਇਆ ਤਿਤ ਹੀ ਲੱਗਾ। ਜਿਸ ਜਿਸ ਪਾਸੇ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੋਇਆ, ਉਸੇ ਪਾਸੇ ਹੀ ਉਹ ਲੱਗਾ ਹੋਇਆ ਹੈ। ਸੋ ਸੇਵਕ ਨਾਨਕ ਜਿਸ ਭਾਗਾ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦਾ ਸੇਵਕ ਉਹੀ ਬਣਦਾ ਜਿਹੜਾ ਵੱਡੇ ਭਾਗਾਂ ਵਾਲਾ ਹੋਵੇ। ਜਿਹਦੀ ਚੰਗੀ ਕਿਸਮਤ ਲਿਖਾ ਕੇ ਲੈ ਨਾ, ਉਹ ਪਰਮਾਤਮਾ ਦਾ ਸੇਵਕ ਬਣਦਾ ਹੈ, ਉਹ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਗੌੜੀ ਮਹੱਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੇਂ ਸਾਕਤ ਨਾਮ ਵਿਸਾਰੀ। ਆਰਜਾ ਉਮਰ ਨੂੰ ਕਹਿੰਦੇ ਨੇ, ਸਰਪ ਸੱਪ ਨੂੰ ਕਹਿੰਦੇ ਨੇ।
ਸੱਪ ਦੀ ਉਮਰ ਬਹੁਤ ਲੰਮੀ ਹੁੰਦੀ ਹੈ, ਪਰ ਵਿਅਰਥ ਹੁੰਦੀ ਹੈ ਕਿ ਇਹਨੇ ਡੰਗ ਹੀ ਮਾਰਨੇ ਨੇ। ਸੱਪ ਦੀ ਉਮਰ ਨੂੰ ਵਿਅਰਥ ਉਮਰ ਗਿਣਿਆ ਗਿਆ ਧਰਮ 'ਚ। ਲੰਮੀ ਬਹੁਤ ਹੈ ਪਰ ਵਿਅਰਥ ਹੈ। ਵਿਅਰਥ ਹੈ ਕਿਉਂਕਿ ਬੰਦੇ ਨੂੰ ਇਸ ਤੋਂ ਖਤਰਾ ਹੀ ਬਣਿਆ ਰਹਿੰਦਾ ਹੈ। ਬਿਨ ਸਿਮਰਨ, ਸਿਮਰਨ ਤੋਂ ਬਿਨਾਂ ਜਿਹੜਾ ਜਿਉਣਾ, ਐਂ ਸਮਝੋ ਤੁਸੀਂ ਸੱਪ ਦੀ ਉਮਰ ਜਿਉ ਰਹੇ ਹੋ। ਜਿਵੇਂ ਉਹਦੀ ਉਮਰ ਵਿਅਰਥ ਹੈ, ਇਸੇ ਤਰ੍ਹਾਂ ਤੁਹਾਡੀ ਉਮਰ ਵੀ ਵਿਅਰਥ ਹੈ ਜੇ ਤੁਸੀਂ ਸਿਮਰਨ ਨਹੀਂ ਕਰਦੇ। ਜਿੰਨਾ ਸਮਾਂ ਭਜਨ ਬੰਦਗੀ ਤੋਂ ਬਿਨਾਂ ਲੰਘ ਰਿਹਾ ਉਹ ਵਿਅਰਥ ਜਾ ਰਿਹਾ। ਅਤੇ ਧਰਮ ਕਹਿੰਦਾ ਹਿਸਾਬ, ਪਰਮਾਤਮਾ ਨੇ ਹਿਸਾਬ ਕਿਤਾਬ ਮੰਗਣਾ ਵੀ ਤੂੰ ਤੈਨੂੰ ਇੰਨੇ ਸਵਾਸ ਦੇ ਕੇ ਭੇਜਿਆ ਸੀ, ਇਸ ਦੇ ਵਿੱਚ ਤੂੰ 5% ਸਵਾਸ ਵੀ ਸਿਮਰਨ ਨਹੀਂ ਕੀਤਾ ਹੈ, ਬਾਕੀ ਐਵੇਂ ਹੀ ਗਵਾਤੇ। ਇਸ ਲਈ ਕਹਿੰਦੇ ਜਿਵੇਂ ਸੱਪ ਦੀ ਉਮਰ ਵਿਅਰਥ ਹੁੰਦੀ ਹੈ ਨਾ, ਐਂ ਜਿਹੜਾ ਸਿਮਰਨ ਕਰਦਾ ਉਹਦੀ ਉਮਰ ਵੀ ਵਿਅਰਥ ਹੈ। ਤੇ ਉਹ ਜੀਵੇਂ ਸਾਕਤ ਨਾਮ ਵਿਸਾਰੀ। ਇਸ ਤਰ੍ਹਾਂ ਜਿਹੜੇ ਸਾਕਤ ਹਨ, ਜੋ ਨਾਸਤਕ ਹਨ, ਉਹ ਨਾਮ ਨੂੰ ਭੁਲਾ ਕੇ ਇਸ ਤਰ੍ਹਾਂ ਜੀਵਨ ਜਿਉਂਦੇ ਨੇ। ਪਾਵਨ ਜੀਵਨ ਵਿਅਰਥ ਧਰਮ ਕਹਿੰਦਾ। ਧਰਮ ਅਨੁਸਾਰ ਨਾਸਤਕਾਂ ਦਾ ਜੀਵਨ ਵਿਅਰਥ ਜੀਵਨ ਗਿਣਿਆ ਗਿਆ ਹੈ, ਕਿਉਂਕਿ ਉੱਥੇ ਤਾਂ ਪੁੱਛ ਹੀ ਇੱਕੋ ਹੁੰਦੀ ਹੈ, ਨਾਮ ਜਪਿਆ। ਉੱਥੇ ਬਹਾਨੇਬਾਜ਼ੀ ਤੇ ਚਲੇ ਗਏ ਨੇ। ਬੰਦੇ ਨੂੰ ਤੁਸੀਂ ਪੁੱਛੋ, ਜਦੋਂ ਝੂਠ ਬੋਲਣਾ ਹੁੰਦਾ ਕਦੇ ਨੋਟ ਕਰਿਓ, ਉਹਦਾ ਹੱਥ ਉੱਪਰ ਨੂੰ ਜਾਊ, ਉਹ ਸਿਰ ਖੁਰਕੂ, ਇਹਦੇ ਬਾਰੇ ਝੂਠ ਬੋਲੂਗਾ। ਝੂਠ ਜਦੋਂ ਬੋਲਦਾ ਹੱਥ ਆਪਣੇ ਆਪ ਉੱਪਰ ਚਲਾ ਜਾਂਦਾ ਹੈਗਾ। ਕਿਉਂ? ਸੱਚ 'ਚ ਤਾਂ ਸੋਚਣ ਦੀ ਲੋੜ ਕੋਈ ਨਹੀਂ, ਝੂਠ 'ਚ ਸੋਚਣ ਦੀ ਲੋੜ ਹੈ। ਜਿੰਨਾ ਝੂਠ ਹੁਣ ਵਕੀਲ ਰੱਟੇ ਲਵਾਉਂਦੇ ਰਹਿੰਦੇ, ਝੂਠ ਨੂੰ ਲਵਾਉਂਦੇ ਨੇ, ਸੱਚ ਨੂੰ ਰੱਟਾ ਕੀ ਲਾਉਣਾ? ਮੰਨ ਲਓ ਮੈਂ ਕਤਲ ਕਰਤਾ, ਇਹ 'ਚ ਕੀ ਰੱਟਾ ਲਵਾਉਣਾ ਜੀ? ਰੱਟਾ ਉਦੋਂ ਲਵਾਉਂਦੇ ਵਕੀਲ ਕਿ ਨਾ ਤਾਂ ਮੈਂ ਤਾਂ ਕੀਤਾ ਨਹੀਂ ਜੀ, ਬਸ ਫਿਰ ਬਹਾਨੇ ਬਣਾਓ, ਐਂ ਹੋ ਗਿਆ ਹੋਊਗਾ ਜੀ, ਆਹ ਹੋ ਗਿਆ ਹੋਊਗਾ। ਮੰਨ ਲਓ ਜੱਜ ਕਹਿੰਦਾ ਭਾਈ ਜੈਵਨ ਸਿੰਘ ਕਤਲ ਕੀਤਾ, ਹਾਂਜੀ ਕੀਤਾ। ਅੱਗੋਂ ਪ੍ਰਹਿ ਕਿਉਂ ਕੀਤਾ? ਅਗਾਹੀ ਪ੍ਰਹਿ ਕਿਉਂ ਕੀਤਾ? ਮੈਂ ਕਾਰਨ ਦੱਸਾਂਗਾ। ਵਕੀਲ ਦੀ ਤਾਂ ਲੋੜ ਹੀ ਨਹੀਂ ਹੈਗੀ। ਕੇਸਾਂ ਨੂੰ ਲਮਕਾਉਣ ਲਈ ਬਸ ਫਜ਼ੂਲ ਦੇ ਵਿੱਚ ਆ ਗਏ ਵਿਚੋਲੇ, ਲਟਕਾਈ ਜੋ ਕਈ ਸਾਲ ਫੈਸਲੇ ਹੀ ਨਾ ਹੋਣ ਦਿਓ, ਔਰ ਭੁੱਖਾ ਨੰਗਾ ਕਰ ਦਿਓ। ਜੱਜ ਵਿੱਚੋਂ ਵਕੀਲਾਂ ਦੋਨਾਂ ਨੂੰ ਭਜਾ ਦੇ, ਬਾਹਰ ਨਿਕਲ ਜਾਓ ਅਤੇ ਆਓ ਬਈ ਜਿਹਨੇ ਸ਼ਿਕਾਇਤ ਕੀਤੀ ਉਹ ਵੀ ਆ ਜਾਓ, ਜਿਹਦੇ ਵਿਰੁੱਧ ਸ਼ਿਕਾਇਤ ਉਹ ਵੀ ਆ ਜਾਓ। ਲੈ ਸਿੱਧੇ ਜੱਜ ਪੁੱਛ ਲੈ, 5 ਮਿੰਟਾਂ ਫੈਸਲਾ ਕਰ ਦੇਗਾ। ਪਤਾ ਤੇ 5-7 ਮਿੰਟ 'ਚ ਸੱਚ ਝੂਠ ਦਾ ਲੱਗ ਜਾਂਦਾ ਹੁੰਦਾ। ਉਂਝ ਕਿੰਨੇ ਸਾਲ ਜਿਹੜੇ ਨੇ ਕਰੀ ਜਾਂਦਾ, ਕਦੇ ਆਹ ਕਰਤਾ ਕਦੇ ਉਹ ਕਰਤਾ। ਸੋ ਗੁਰੂ ਮਹਾਰਾਜ ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਸਿਮਰਨ ਤੋਂ ਬਿਨਾਂ ਐਂ ਜੇ ਸੱਪ ਦੀ ਉਮਰ ਹੁੰਦੀ ਹੈ, ਵਿਅਰਥ ਹੁੰਦੀ ਹੈ। ਤਿਉ ਜਿਵੇਂ ਸਾਕਤ ਨਾਮ ਵਿਸਾਰੀ। ਜੇ ਨਾਸਤਕ ਹਨ, ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ ਇਸ ਤਰ੍ਹਾਂ ਜਿਉਂਦੇ ਹਨ। ਏਕ ਨਿਮਖ ਜੋ ਸਿਮਰਨ ਮੈਂ ਜੀਆ। ਜਿਹਨੇ 1 ਸੈਕਿੰਡ ਲਈ, ਨਿਮਖ ਹੁੰਦਾ ਅੱਖ ਝਪਕਣ ਜਿੰਨਾ ਸਮਾਂ, ਸੈਕਿੰਡ ਜਿਹਨੂੰ ਕਹਿੰਦੇ ਅੱਜ ਕੱਲ੍ਹ। ਏਕ ਨਿਮਖ ਜੋ ਸਿਮਰਨ ਮੈਂ ਜੀਆ। ਜਿਹਨੇ 1 ਸੈਕਿੰਡ ਵੀ ਸਿਮਰਨ ਕਰ ਲਿਆ। ਤੁਸੀਂ ਕਹੋ ਜੀ ਅਸੀਂ ਕਈ ਘੰਟੇ ਕਰਦੇ ਹਾਂ। ਦਸਮ ਪਾਤਸ਼ਾਹ ਕਹਿੰਦੇ ਏਕ ਛਿਨ ਵੀ ਜਿਹਨੇ ਪਰਮਾਤਮਾ ਨੂੰ ਧਿਆਨ ਹੈ, ਕਾਲ ਫਾਂਸ ਕੇ ਵਿੱਚ ਨਾ ਆਇਆ। ਉਹ ਜਿਹੜਾ ਛਿਨ ਹੈ ਪਤਾ ਨਹੀਂ ਕਿੰਨੇ ਜਨਮਾਂ ਦੇ ਸਿਮਰਨ ਤੋਂ ਬਾਅਦ ਆਉਣਾ। ਉਹ ਛਿਨ ਜਿਉਂ ਹੀ ਮਨ ਟਿਕ ਜਾਣੇ, ਗੱਲ ਖਤਮ ਹੋ ਜਾਣੀ। ਬਸ ਜਦੋਂ ਮਨ ਟਿਪ ਕੇ ਟਿਕ ਗਿਆ ਅਤੇ ਤੁਸੀਂ ਕਿਹਾ ਵਾਹਿਗੁਰੂ, ਬਸ ਤੁਸੀਂ ਸੱਚਖੰਡ ਚਲੇ ਜਾਣਾ। ਔਰ ਉੱਥੇ ਕੀ ਇੱਕਦਮ ਸਮਾਧੀ ਲੱਗ ਜਾਣੀ। ਇਸ ਲਈ ਜਿਹੜਾ 1 ਸੈਕਿੰਡ ਵੀ ਸਿਮਰਨ ਕਰ ਲੈਣਾ, ਕੋਟ ਦਿਨ ਸਲਾਖ ਸਦਾ ਥਿਰ ਥੀ ਆ। ਐਂ ਸਮਝੋ ਤਾਂ ਕਰੋੜਾਂ ਲੱਖਾਂ ਦਿਨ ਦਾ ਜੀਵਨ ਉਹਦਾ ਹੋ ਗਿਆ। ਉਹਦੀ ਉਮਰ ਛੋਟੀ ਮੋਟੀ ਕਰ ਲੱਖਾਂ ਕਰੋੜਾਂ ਦਿਨ ਦੀ ਹੋ ਗਈ। ਸਿਮਰਨ ਦੀ ਇੰਨੀ ਮਹਿਮਾ ਦੱਸੀ ਹੈ।
ਇਹ ਤਾਂ ਰੋਜ਼ ਸਤਸੰਗ ਕਰੇ, ਰੋਜ਼ ਸੁਣੇ, ਫਿਰ ਹੌਲੀ ਹੌਲੀ ਮਨ 'ਚ ਜਾ ਕੇ ਗੱਲ ਬੈਠਦੀ ਹੈ। ਕਿਉਂ? ਅਸੀਂ ਘੰਟਾ 2 ਘੰਟੇ ਰਹਿੰਦੇ ਹਾਂ, ਬਾਕੀ 20-22 ਘੰਟੇ ਸੰਸਾਰ 'ਚ ਵਿਚਰਦੇ ਹਨ। ਉਹ ਸਾਨੂੰ ਭੁਲਾ ਹੀ ਦਿੰਦੇ ਨੇ ਗੱਲ। ਗੁਰੂ ਮਹਾਰਾਜ 1 ਘੰਟੇ 'ਚ ਜੋ ਸਾਨੂੰ ਸਮਝਾਉਣਾ ਹੈ, ਘਰ ਰੋਟੀ ਖਾਣ ਤੋਂ ਬਾਅਦ ਭੁੱਲ ਭੁਲਾ ਜਾਣਾ ਹੈ, ਭੁੱਲ ਭੁਲਾ ਜਾਣਾ ਵੀ ਉੱਥੇ ਕੀ ਸੁਣ ਕੇ ਆਏ ਹਾਂ। ਕਲਯੁਗ ਦਾ ਇੰਨਾ ਪਹਿਰਾ ਹੈ। ਸੋ ਇਸ ਲਈ ਕਿ ਜੇ ਕਿਤੇ ਯਾਦ ਰਹੇ ਵੀ ਹਾਂ, ਜੇ ਮੈਂ ਸਿਮਰਨ ਨਹੀਂ ਕਰਦਾ ਤਾਂ ਐਂ ਜਿਵੇਂ ਸੱਪ ਦੀ ਉਮਰ ਜਿਉ ਰਿਹਾ, ਵਿਅਰਥ ਹੈ, ਲੇਖੇ ਕੋਈ ਨਹੀਂ ਹੈਗੀ। ਬਿਨ ਸਿਮਰਨ ਤ੍ਰਿਗ ਕਰਮ ਕਰਾਸ। ਸਿਮਰਨ ਤੋਂ ਬਿਨਾਂ ਜਿੰਨੇ ਵੀ ਕਰਮ ਕਰਨੇ ਸਭ ਧਰਕਾਰ ਯੋਗ ਨੇ। ਉਹ ਤੇ ਕਿਤੇ ਧਰਕਾਰ ਯੋਗ ਨੇ। ਕਾਗ ਬਤਨ ਬਿਸ਼ਟਾ ਮੈਂ ਵਾਸ। ਕਾਗ ਮੈਨੇ ਕਾਂ, ਬਤਨ ਮੈਨੇ ਚੁੰਝ, ਬਿਸ਼ਟਾ ਮੈਨੇ ਗੰਦਗੀ। ਜਿਵੇਂ ਕਾਂ ਦੀ ਚੁੰਝ ਹਮੇਸ਼ਾ ਗੰਦਗੀ 'ਚ ਰਹਿੰਦੀ ਹੈ। ਕਾਂ ਗੰਦਗੀ ਖਾਂਦਾ ਹੈ, ਕਾਂ ਗੰਦਗੀ ਖਾਂਦਾ ਹੈ। ਐਂ ਸਮਝੋ ਜਿਹੜਾ ਸਿਮਰਨ ਨਹੀਂ ਕਰਦਾ, ਬਸ ਉਹ ਐਂ ਸਮਝੋ ਗੰਦਗੀ 'ਚ ਰਹਿ ਰਿਹਾ ਅਤੇ ਗੰਦਗੀ ਖਾ ਰਿਹਾ ਹੈ। ਉਹ ਕਾਂ ਦੀ ਨਹੀਂ ਆਈ ਹੈ। ਬਿਨ ਸਿਮਰਨ ਪਏ ਕੂਕਰ ਕਾਮ। ਕੂਕਰ ਕੁੱਤੇ ਨੂੰ ਕਹਿੰਦੇ ਨੇ। ਸਿਮਰਨ ਤੋਂ ਬਿਨਾਂ ਤਾਂ ਇਸ ਤਰ੍ਹਾਂ ਜੇ ਮਨੁੱਖ ਕੁੱਤਿਆਂ ਵਾਲੇ ਕੰਮ ਕਰਦਾ ਹੋਵੇ। ਸਾਕਤ ਬੇਸੂਆ ਪੂਤ ਨਿਨਾਮ। ਨਾਸਤਕ ਤਾਂ ਇਸ ਤਰ੍ਹਾਂ ਜੇ ਵੇਸਵਾ ਦਾ ਪੁੱਤਰ ਹੋਵੇ। ਨਿਨਾਮ ਜਿਹਦੇ ਬਾਪ ਦਾ ਨਾਂ ਹੀ ਨਾ ਕੋਈ ਹੋਵੇ, ਪਤਾ ਹੋਵੇ ਵੀ ਇਹਦਾ ਬਾਪ ਕੌਣ ਸੀ। ਵੇਸਵਾ ਦਾ ਪੁੱਤਰ ਦੇ ਬਾਪ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਮਾਂ ਦਾ ਤਾਂ ਪੱਕਾ ਪਤਾ ਹੁੰਦਾ ਹੈ, ਬਾਪ ਦਾ ਨਹੀਂ ਪਤਾ ਹੈਗਾ ਵੀ ਵਾਕਈ ਜਿਹੜਾ ਬਾਪ ਮੈਂ ਕਾਗਜ਼ਾਂ 'ਚ ਲਿਖਾਇਆ ਮੈਂ ਇਹਦਾ ਹੀ ਪੁੱਤਰ। ਇਹ ਕੋਈ ਗਰੰਟੀ ਨਹੀਂ ਹੈਗੀ, ਉਹ ਕਿਸੇ ਦਾ ਵੀ ਹੋ ਸਕਦਾ ਹੈ। ਅਤੇ ਵੇਸਵਾ ਕੋਲ ਤਾਂ ਬੜੇ ਬੰਦਿਆਂ ਨੇ ਆਉਣਾ, ਅਤੇ ਮੰਨ ਲਓ ਪ੍ਰੈਗਨੈਂਟ ਹੋ ਗਈ ਅਤੇ ਕੀ ਪਤਾ ਕਿਸ ਬੰਦੇ ਕਾਰਨ ਹੋਈ ਹੈ। ਇਸ ਲਈ ਵੇਸਵਾ ਦਾ ਜਿਹੜਾ ਪੁੱਤਰ ਹੁੰਦਾ ਹੈ, ਉਹਦੇ ਬਾਪ ਦਾ ਕੋਈ ਨਾਂ ਹੀ ਨਹੀਂ ਕਿਸੇ ਨੂੰ ਪਤਾ ਹੈਗਾ। ਇਸ ਤਰ੍ਹਾਂ ਜਿਹੜਾ ਨਾਸਤਕ ਹੈ, ਐਂ ਸਮਝੋ ਵੇਸਵਾ ਦਾ ਪੁੱਤਰ ਹੈ। ਬਿਨ ਸਿਮਰਨ ਜੈਸੇ ਸੀਂਗ ਛਤਾਰਾ। ਭੇਡੂ ਹੁੰਦੇ ਨੇ, ਇੱਕ ਭੇਡ ਹੁੰਦੀ ਹੈ ਅਤੇ ਉਹਦਾ ਜਿਹੜਾ ਪਲਿੰਗ ਹੈ ਉਹ ਭੇਡੂ ਹੁੰਦਾ। ਕਹਿੰਦਾ ਬਿਨਾਂ ਸਿਮਰਨ ਤੋਂ ਬੰਦਾ ਇਸ ਤਰ੍ਹਾਂ ਹੈ ਜਿਵੇਂ ਭੇਡੂ ਬਿਨਾਂ ਸਿੰਘਾਂ ਤੋਂ ਹੋਵੇ, ਸਿੰਘ ਵਾਲਾ ਹੋਵੇ। ਜਿਵੇਂ ਭੇਡੂ ਸਿੰਘ ਵਾਲਾ ਹੋਵੇ, ਉਹ ਤਾਂ ਇਸ ਤਰ੍ਹਾਂ ਹੈ। ਬੋਲੇ ਕੂਰ ਸਾਕਤ ਮੁਖ ਕਰ। ਜਿਹੜੇ ਨਾਮ ਨਹੀਂ ਜਪਦੇ ਝੂਠ ਬੋਲਦੇ ਨੇ, ਉਹ ਸਾਕਤ ਨੂੰ ਨਾਸਤਕ ਨੂੰ ਕਹਿੰਦੇ। ਨਾਸਤਕ ਝੂਠ ਬੋਲਦੇ ਨੇ, ਉਹ ਕਾਲੇ ਮੂੰਹ ਵਾਲੇ ਹਨ। ਉਹਦੇ ਮੁੱਖ ਉਜਲਾ ਨਹੀਂ ਹੁੰਦਾ, ਕਾਲੇ ਮੂੰਹ ਵਾਲੇ ਹਨ। ਬਿਨ ਸਿਮਰਨ ਗਰਦਬ ਕੀ ਨਿਆਈ। ਗਰਦਬ ਗਧੇ ਨੂੰ ਕਹਿੰਦੇ। ਸਿਮਰਨ ਤੋਂ ਬਿਨਾਂ ਮਨੁੱਖ ਗਧਿਆਂ ਵਰਗਾ ਹੈ। ਜੈਸੇ ਗਧਾ ਹੁੰਦਾ। ਦੋ ਨੂੰ ਸਭ ਤੋਂ ਵੱਧ ਮੂਰਖ ਗਿਣਿਆ ਗਿਆ, ਪਸ਼ੂਆਂ 'ਚੋਂ ਗਧਾ ਅਤੇ ਪੰਛੀਆਂ 'ਚੋਂ ਘੁੱਗੂ। ਕਬੂਤਰ ਜਿਹੜਾ ਹੁੰਦਾ, ਇਹਨੂੰ ਪਿੰਡਾਂ ਘੁੱਗੂ ਕਹਿੰਦੇ। ਤਾਂ ਕਿ ਜਾ ਘੁੱਗੂਆ, ਜਾ ਗਧਿਆ। ਗਧੇ ਨੂੰ ਨਾ ਮਗਰੋਂ ਧੱਕੋ ਵੀ ਅੱਗੇ ਤੋਂ ਉਹ ਪਿੱਛੇ ਨੂੰ ਆਉਂਦਾ, ਉਹ ਪਿੱਛੇ ਨੂੰ ਆਉਂਦਾ। ਅਤੇ ਘੁੱਗੂ ਜਿਹੜਾ ਹੈ ਉਹਨੂੰ ਘੁੱਗੂ ਇਸ ਲਈ ਕਹਿੰਦੇ ਨੇ ਕਿ ਉਹ ਬੈਠਾ, ਬਿੱਲੀ ਆ ਰਹੀ ਹੈ ਵੀ ਤੂੰ ਬਿੱਲੀ ਆ ਰਹੀ ਤੂੰ ਉੱਡ ਜਾ ਨਾ, ਅੱਖਾਂ ਸਗੋਂ ਬੰਦ ਕਰ ਲੈਂਦਾ। ਉਸ ਮੈਨੂੰ ਬਿੱਲੀ ਨਹੀਂ ਦਿਸਦੀ, ਮੈਂ ਬਿੱਲੀ ਨੂੰ ਨਹੀਂ ਦਿਸਦਾ। ਇਹਨੂੰ ਘੁੱਗੂ ਕਹਿੰਦੇ ਨੇ, ਮੋਰ ਕਹਿੰਦੇ ਕਿ ਨਹੀਂ। ਉਹ ਬਿੱਲੀ ਨੂੰ ਹੋਰ ਵੀ ਸੌਖਾ ਇਹਦਾ, ਆ ਕੇ ਧੌਣ ਮਰੋੜ ਦਿੰਦੀ ਹੈ, ਬੈਠਾ ਆਰਾਮ ਨਾਲ ਹੈ। ਤਾਂ ਕਹਿੰਦੇ ਜਾਂ ਗਧਿਆ ਜਾਂ ਘੁੱਗੂਆ। ਜਦ ਮੂਰਖਾਂ ਵਾਲੇ ਕੋਈ ਬੰਦਾ ਕੰਮ ਕਰਦਾ ਉਹਨੂੰ ਗਧਾ ਕਹਿੰਦੇ ਜਾਂ ਘੁੱਗੂ ਕਹਿੰਦੇ। ਜਦੋਂ ਵੀ ਸਾਨੂੰ ਝਿੜਕਿਆ ਜਾਂਦਾ ਕਿਸੇ ਗਧੇ ਕਿਸੇ ਪਸ਼ੂ ਨਾਲ ਤਸ਼ਬੀਹ ਦਿੱਤੀ ਜਾਂਦੀ, ਉਹ ਕਿਉਂ ਬਾਂਦਰ ਵਾਂਗੂ ਟੱਪੀ ਜਾਣਾ, ਬਹਿ ਜਾ ਟੇਕ, ਉਦੋਂ ਅਸੀਂ ਬਾਂਦਰ ਹਾਂ। ਉਹ ਬਚ ਕੇ ਰਹੀ, ਇਸ ਘਾਹ ਦਾ ਸੱਪ ਹੈ,
ਉਹਦੇ ਮਤਲਬ ਅਸੀਂ ਸੱਪ ਵਰਗਾ ਵਿਹਾਰ ਕਰ ਰਹੇ ਹਾਂ। ਉਹ ਕੀ ਯਾਰ, ਇੱਕ ਬੰਦਾ ਅਤੇ ਸੂਰ ਹੈ ਜੋ ਗੰਦਾ ਜਿਹੜਾ ਕੋਈ ਗੰਦਾ ਬੰਦਾ ਜਿਹੜਾ ਹੋਵੇ। ਕਿਉਂ ਹੈ ਤੇ ਅਸੀਂ ਪਸ਼ੂ ਹੀ। ਇੰਗਲਿਸ਼ ਵਾਲੇ ਤਾਂ ਸਿੱਧੇ ਲਿਖਦੇ ਨੇ, ਮੈਨ ਇਜ਼ ਅ ਸੋਸ਼ਲ ਐਨੀਮਲ। ਬੰਦਾ ਹੈ ਤੇ ਪਸ਼ੂ, ਪਰ ਇਹਨਾਂ ਸਮਾਜ 'ਚ ਰਹਿੰਦਾ ਹੈ, ਇਸ ਕਰਕੇ ਉਹ ਸਿੱਧੇ ਇਹਨੂੰ ਐਨੀਮਲ ਕਹਿੰਦੇ, ਬੰਦੇ ਐਨੀਮਲ ਕਹਿੰਦੇ। ਪੰਚਮ ਪਾਤਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਦੇਖਣ ਨੂੰ ਬੰਦਾ, ਕੰਮ ਡੰਗਰਾਂ ਵਾਲੇ ਨੇ, ਕੰਮ ਡੰਗਰ। ਜੇ ਕਿਤੇ ਸਾਨੂੰ ਬੰਦੇ ਵਾਲੇ ਕੰਮ ਕਰਨੇ ਆ ਜਾਣ, ਗੱਲ ਹੀ ਕੋਈ ਹੋਰ ਹੋ ਜਾਏ, ਗੱਲ ਹੀ ਕੋਈ ਹੋਰ ਹੋ ਜਾਏ। ਜਦੋਂ ਅਸੀਂ ਟੀਚਰ ਸਿਲੈਕਟ ਹੋਣਾ ਸੀ, ਇੱਕ ਟੀਚਰ ਸਾਡੇ ਨਾਲ ਹੀ ਸੀ, ਉਹਦੀ ਇੰਟਰਵਿਊ ਆ ਗਈ। ਦੇਖਿਆ ਅਸੀਂ 5 ਟੀਚਰ ਗਏ ਸੀ ਆਪਣੇ ਸਕੂਲ 'ਚੋਂ ਸਿਲੈਕਟ ਹੋਣ ਲਈ। ਅਸੀਂ 5 ਹੀ ਅੰਮ੍ਰਿਤਧਾਰੀ ਸੀ। ਅਸੀਂ 5 ਨੇ ਫੈਸਲਾ ਕੀਤਾ ਉੱਤੋਂ ਦੀ ਕਿਰਪਾਨ ਪਾ ਕੇ ਜਾਣੀ ਹੈ ਭਾਈ, ਉੱਤੋਂ ਦੀ। ਉਹ ਖੜ੍ਹਾ ਹੀ ਹੈ ਜਾ ਕੇ। ਜਿਹੜਾ ਚੇਅਰਮੈਨ ਸੀ ਉਹਨੂੰ ਪੁੱਛਦਾ ਬੰਦਾ ਕਿਹਨੂੰ ਕਹਿੰਦੇ ਨੇ। ਚੇਅਰਮੈਨ ਨੂੰ ਪੁੱਛਦਾ ਬੰਦਾ ਕਿਹਨੂੰ ਕਹਿੰਦੇ ਨੇ। ਉਹਨੂੰ ਕੁਦਰਤ ਯਾਦ ਆ ਗਿਆ। ਉਹ ਕਹਿੰਦੇ ਜੇ ਬੰਦਾ ਸੋ ਜੋ ਬੰਦਗੀ ਗਏ ਕਹਿ ਜਾ ਸਕਦੇ ਹੋ। ਬਾਹਰ ਆ ਗਿਆ। ਮੈਂ ਬੜੀ ਛੇਤੀ ਆ ਗਿਆ। ਕਹਿੰਦੇ ਯਾਰ ਆਹ ਪੁੱਛਿਆ ਮੈਂ, ਤੂੰ ਸਿਲੈਕਟ ਹੈ, ਤੇਰੀ ਗੁੱਡ ਲੱਕ ਹੈ। ਆਲਾ ਕਿ ਮੇਰੀ ਕਿਰਪਾਨ ਨਹੀਂ ਪਾਈ, ਬਾਣੀ ਵੀ ਆਉਂਦੀ ਹੈ, ਤੈਨੂੰ ਸੁੱਝ ਗਈ ਲਾਈਨ। ਅਗਲਾ ਪ੍ਰਭਾਵਿਤ ਹੋ ਗਿਆ ਵੀ ਹਾਂ ਐਵੇਂ ਅੰਮ੍ਰਿਤਧਾਰੀ ਨਹੀਂ, ਬਾਣੀ ਵੀ ਆਉਂਦੀ ਹੈ ਇਸ ਨੂੰ। ਇੱਕ ਸਾਡੇ 6ਵੀਂ ਨਾਲ ਸਾਡੇ ਬੀਬੀ ਸੀ, ਉਹ ਵੀ ਅੰਮ੍ਰਿਤਧਾਰੀ ਸੀ, ਜੂੜਾ ਕੀਤਾ ਹੋਇਆ, ਕਿਰਪਾਨ ਉੱਤੋਂ ਦੇ ਪੈਸੇ ਕਹੇ ਉੱਤੋਂ ਦੀ ਪਾ ਕੇ ਜਾਣੀ ਹੈ ਇੰਟਰਵਿਊ 'ਤੇ। ਉਹ ਚਲੀ ਗਈ। ਅੱਛਾ ਬੈਠੋ ਵੀ, ਬੈਠ ਗਈ। ਅਰਦਾਸ ਆਉਂਦੀ ਹੈ, ਕਹਿੰਦੇ ਹਾਂਜੀ ਸੁਣਾਓ। ਉਹ ਖੜੀ ਹੋ ਗਈ, ਖੜੀ ਹੋ ਗਈ, ਸਿਰ ਢੱਕ ਲਿਆ, ਹੱਥ ਜੋੜ ਲਏ, ਕਹਿੰਦੇ ਜਾ ਸਕਦੇ ਹੋ। ਕੋਈ ਬਾਹਰ ਆ ਗਈ। ਮੈਂ ਕੀ ਪੁੱਛੇ, ਕਹਿੰਦੇ ਮੈਂ ਠੀਕ ਹੈ, ਤੂੰ ਸਿਲੈਕਟ, ਤੂੰ ਸਿਲੈਕਟ ਹੈ। ਵੀ ਅਗਲਾ ਕਹਿੰਦੇ ਇਹਨੂੰ ਮਰਿਆਦਾ ਆਉਂਦੀ ਹੈ ਵੀ ਅਰਦਾਸ ਜਦੋਂ ਕਰੀਦੀ ਬੈਠੇ ਬੈਠੇ ਨਹੀਂ, ਸਿਰ ਢੱਕ ਕੇ ਖਲੋ ਕੇ ਹੱਥ ਜੋੜ ਕੇ ਅਰਦਾਸ ਕਰੀਦੀ ਹੈ। ਉਹਨੇ ਅਰਦਾਸ ਨਹੀਂ ਸੀ ਸੁਣਨੀ, ਉਹਨੇ ਤੇ ਇੱਕ ਮਰਿਆਦਾ ਵੇਖਣੀ ਸੀ ਵੀ ਇਹ ਅੰਮ੍ਰਿਤਧਾਰੀ ਬੀਬੀ, ਇਹਨੂੰ ਕੋਈ ਉਂਝ ਵੀ ਹੁੰਦਾ ਕਿ ਨਿਰਾ ਅੰਮ੍ਰਿਤ ਹੀ ਛਕਿਆ ਹੋਇਆ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਬਿਨ ਸਿਮਰਨ ਗਰਦਬ ਕੀ ਨਿਆਈ। ਜਿਹੜਾ ਸਿਮਰਨ ਨਹੀਂ ਕਰਦਾ ਐ ਸਮਝੋ ਗਧੇ ਵਰਗਾ, ਨਿਆਈ ਵਰਗਾ, ਉਹ ਗਧੇ ਵਰਗਾ। ਕਿਸੇ ਨੂੰ ਗਧਾ ਕਹਿ ਦਿਓ ਅਗਲਾ ਲੜ ਪਏਗਾ। ਹੁਣ ਪੰਚਮ ਪਾਤਸ਼ਾਹ ਨਾਲ ਕੌਣ ਲੜੇ। ਸਾਕਤ ਥਾਨ ਪ੍ਰਿਸ਼ਟ ਫਿਰਾਹੀ, ਫਿਰਾਹੀ ਕਿਉਂਕਿ ਸਾਕਤ ਤੱਤੇ ਨੂੰ ਔਕੜ ਨਹੀਂ ਹੈ। ਸਾਕਤ ਭਾਵ ਨਾਸਤਕ, ਨਾ ਇੱਥੇ ਬਹੁਵਚਨ ਹੈ। ਫਿਰਾਹੀ ਸਾਕਤ ਥਾਨ ਪ੍ਰਿਸ਼ਟ ਫਿਰਾਹੀ। ਸਾਕਤ ਤੇ ਨਾਸਤਕ ਤੇ ਇਸ ਤਰ੍ਹਾਂ ਨੇ ਜਿਵੇਂ ਗੰਦੀ ਥਾਂ 'ਤੇ ਫਿਰ ਰਹੇ ਹੋ। ਕਿਉਂਕਿ ਧਰਮ ਕਹਿੰਦਾ ਨਾਮ ਜਪਣ ਵਾਲਾ ਜਿੱਥੇ ਬੈਠਦਾ ਧਰਤੀ ਪਵਿੱਤਰ ਕਰ ਦਿੰਦਾ ਹੈ, ਨਾਸਤਕ ਜਿੱਥੇ ਬੈਠਦਾ ਧਰਤੀ ਅਪਵਿੱਤਰ ਕਰ ਦਿੰਦਾ। ਸ਼ਿਵ ਜੀ ਅਤੇ ਪਾਰਵਤੀ ਆਕਾਸ਼ 'ਚ ਜਾ ਰਹੇ ਨੇ। ਇੱਕ ਥਾਂ 'ਤੇ ਉਜਾੜ ਥਾਂ ਸੀ। ਸ਼ਿਵ ਜੀ ਮਹਾਰਾਜ ਨੇ ਆਪਣਾ ਉੱਡੜ ਖਟੋਲਾ, ਜਿਹਨੂੰ ਅੱਜ ਕੱਲ੍ਹ ਹੈਲੀਕਾਪਟਰ ਕਹਿੰਦੇ, ਇੱਕ ਥਾਂ 'ਤੇ ਉਤਾਰਿਆ। ਕਹਿੰਦੇ ਪਾਰਵਤੀ ਤੂੰ ਬੈਠ, ਮੈਂ ਆਇਆ। ਥੋੜ੍ਹੀ ਦੂਰੀ ਜਾ ਕੇ ਸ਼ਿਵ ਜੀ ਨੇ ਧਰਤੀ 'ਤੇ ਮੱਥਾ ਟੇਕਿਆ ਅਤੇ ਵਾਪਸ ਆ ਗਿਆ। ਪਾਰਵਤੀ ਕਹਿੰਦੇ ਸਵਾਮੀ ਜੀ ਉੱਥੇ ਕੋਈ ਮਹਾਤਮਾ ਦੇ ਦਿਸ ਨਹੀਂ ਸੀ ਰਿਹਾ, ਤੁਸੀਂ ਕਿਹਨੂੰ ਮੱਥਾ ਟੇਕਿਆ। ਕਹਿੰਦੇ ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਇਸ ਧਰਤੀ 'ਤੇ ਮਹਾਤਮਾ ਬੈਠੇ ਸਨ ਅਤੇ ਮੈਂ ਨਮਸਕਾਰ ਕਰਨ ਗਿਆ, ਹੇ ਧਰਤੀਓ, ਹੇ ਧਰਤੀਏ ਤੂੰ ਕਿੰਨੀ ਭਾਗਾਂ ਵਾਲੀ ਹੈ, ਤੇਰੇ 'ਤੇ 200 ਸਾਲ ਪਹਿਲਾਂ ਸਾਧੂ ਬੈਠੇ ਸਨ। ਧਰਤੀ ਪਵਿੱਤਰ ਹੋ ਜਾਂਦੀ।
ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋ। ਉਹ ਤੇ ਪੂਜਾ ਯੋਗ ਥਾਂ ਹੋ ਜਾਂਦੀ ਹੈ। ਤੇ ਜਿੱਥੇ ਨਾਸਤਿਕ ਬਹਿ ਜੇ ਕਹਿੰਦੇ ਉਹ ਅਪਵਿੱਤਰ ਹੋ ਜਾਂਦੀ ਹੈ ਥਾਂ। ਸਾਕਤ ਥਾਨ ਪ੍ਰਿਸ਼ਟ ਫਿਰਾਹੀ। ਸਾਕਤ ਜਿੱਥੇ ਫਿਰਦੇ ਨੇ ਉਹ ਥਾਂ ਹੀ ਪ੍ਰਿਸ਼ਟ ਹੋ ਜਾਂਦੀ ਹੈ। ਬਿਨ ਸਿਮਰਨ ਕੂਕਰ ਹਰਕਾਇਆ। ਹਰਕਾਇਆ ਮੈਨੇ ਹਲਕਾਇਆ ਹੋਇਆ। ਕੂਕਰ ਬਣੇ ਕੁੱਤਾ। ਸਿਮਰਨ ਤੋਂ ਬਿਨਾਂ ਮਨੁੱਖ ਹੈ ਜਿਵੇਂ ਹਲਕਿਆ ਹੋਇਆ ਕੁੱਤਾ ਹੋਵੇ। ਹਲਕੇ ਹੋਏ ਕੁੱਤੇ ਤੋਂ ਸਾਰੇ ਡਰਦੇ ਨੇ ਵੀ ਕਿਤੇ ਸਾਨੂੰ ਨਾ ਵੜ ਦੇਵੇ। ਸਾਕਤ ਲੋਭੀ ਬੰਦ ਨਾ ਪਾਇਆ। ਨਾਸਤਿਕ ਲਾਲਚੀ ਹੁੰਦਾ, ਲੋਭੀ ਹੁੰਦਾ। ਲਾਲਚ ਜੋ ਰੋਕ ਹੀ ਨਹੀਂ ਪੈਂਦੀ ਹੈ। ਹੋਰ ਮਾਇਆ, ਹੋਰ ਮਾਇਆ, ਹੋਰ ਮਾਇਆ, ਕਿਤੇ ਰੁਕਦੇ ਹੀ ਨਹੀਂ। ਉਹਦਾ ਮਨ ਬੰਦ ਹੁੰਦਾ, ਰੋਕ। ਨਾਸਤਿਕ ਨੂੰ ਲੋਭ ਪੁਣਿੰਦਾ, ਕਿਤੇ ਰੋਕ ਹੀ ਨਹੀਂ ਪੈਂਦੀ। ਉਹਦਾ ਲੋਭ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਸੋ ਗੁਰੂ ਮਹਾਰਾਜ ਕਹਿੰਦੇ ਬਿਨ ਸਿਮਰਨ ਗਰਦਪ ਕੀ ਨਿਆਈ। ਬਿਨ ਸਿਮਰਨ ਗਰਦਪ ਕੀ ਨਿਆਈ। ਬਿਨ ਸਿਮਰਨ ਦਪ ਕੀ ਨਿਆਈ। ਬਿਨ ਸਿਮਰਨ ਗਰਦਪ ਕੀ ਨਿਆਈ। ਸਾਕਤ ਥਾਨ ਪ੍ਰਿਸ਼ਟ ਫਿਰਾਹੀ। ਸਾਕਤ ਥਾਨ ਪ੍ਰਿਸ਼ਟ ਫਿਰਾਹੀ। ਪ੍ਰਿਸ਼ਟ ਫਿਰਾਹੀ। ਬਿਨ ਸਿਮਰਨ ਕੂਕਰ ਹਰਕਾਇਆ। ਬਿਨ ਸਿਮਰਨ ਕੂਕਰ ਹਰਕਾਇਆ। ਬਿਨ ਸਿਮਰਨ ਕੂਕਰ ਹਰਕਾਇਆ। ਬਿਨ ਸਿਮਰਨ ਕੂਕਰ ਹਰਕਾਇਆ। ਸਾਕਤ ਲੋਭੀ ਬੰਦ ਨ ਪਾਇਆ। 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 ਅੱਗੇ ਕਹਿੰਦੇ ਬਿਨ ਸਿਮਰਨ ਹੈ ਆਤਮ ਘਾਤੀ। ਆਤਮ ਘਾਤੀ ਜਿਹੜਾ ਆਪਣੇ ਆਪ ਨੂੰ ਮਾਰੇ। ਜਿਹੜਾ ਸਿਮਰਨ ਨਹੀਂ ਕਰਦਾ ਸਮਝੋ ਆਤਮ ਘਾਤੀ ਹੈ। ਆਪਣਾ ਨੁਕਸਾਨ ਆਪ ਹੀ ਕਰ ਰਿਹਾ ਹੈ। ਐਂ ਸਮਝੋ ਆਪਣੇ ਆਪ ਨੂੰ ਮਾਰ ਰਿਹਾ ਹੈ। ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਉਹ ਤਾਂ ਐਂ ਸਮਝੋ ਵੀ ਨੀਵੀਂ ਜਾਤ ਹੈ। ਉਹ ਨੀਚ ਹੈ, ਨੀਵੀਂ ਜਾਤ ਹੈ। ਉਹਦੀ ਨਾ ਉੱਚੀ ਕੁਲ ਹੈ, ਨਾ ਉੱਚੀ ਜਾਤ ਹੈ। ਉਹ ਤੇ ਨੀਚ ਹੈ, ਨੀਵੀਂ ਜਾਤ ਹੈ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਜਿਸ ਤੇ ਪਰਮਾਤਮਾ ਕਿਰਪਾਲੂ ਹੋ ਗਿਆ ਨਾ, ਉਹਨੂੰ ਫਿਰ ਪਰਮਾਤਮਾ ਗੁਰੂ ਦੀ ਸੰਗਤ 'ਚ ਲਿਆਉਂਦਾ। ਸਤ ਸੰਗਤ ਗੁਰੂ ਦੀ ਸੰਗਤ ਹੁੰਦੀ ਹੈ। ਜਿਸ ਭਇਆ ਕਿਰਪਾਲ, ਜਿਸ ਤੇ ਪਰਮਾਤਮਾ ਕਿਰਪਾਲੂ ਹੋ ਗਿਆ, ਤਿਸ ਸਤ ਸੰਗ ਮਿਲਾਇਆ। ਉਹਨੂੰ ਸਤ ਸੰਗਤ ਦੇ ਨਾਲ ਮਿਲਾ ਦਿੰਦਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਗੁਰੂ ਮਹਾਰਾਜ ਕੇ ਗੁਰੂ ਰਾਹੀਂ ਉਹ ਸੰਸਾਰ ਨੂੰ ਤਾਰ ਦਿੰਦਾ ਹੈ। ਗੁਰੂ ਰਾਹੀਂ ਕਰਦਾ, ਪਰਮਾਤਮਾ ਕਿਰਪਾ ਕਰਦਾ, ਗੁਰੂ ਦੀ ਸੰਗਤ 'ਚ ਭੇਜਦਾ ਹੈ। ਫਿਰ ਗੁਰੂ ਦੇ ਰਾਹੀਂ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੁਰ ਕੈ ਬਚਨ ਮੋਹਿ ਪਰਮ ਕਤ ਪਾਈ। ਬਚਨ ਭਾਵ ਉਪਦੇਸ਼। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਕਹਿੰਦੇ ਮੈਨੂੰ ਪਰਮ ਗਤੀ ਪ੍ਰਾਪਤ ਹੋ ਗਈ। ਪਰਮ ਗਤ ਦੇ ਸਭ ਤੋਂ ਉੱਚੀ ਆਤਮਿਕ ਅਵਸਥਾ, ਉਹਨੂੰ ਕਹਿੰਦੇ ਪਰਮ ਗਤ।
ਗੁਰੂ ਦੇ ਬਚਨਾਂ 'ਤੇ ਚੱਲ ਕੇ, ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਮੋਹੇ ਮੈਨੂੰ ਪਰਮ ਗਤੀ ਪ੍ਰਾਪਤ ਹੋ ਗਈ ਹੈ, ਉੱਚੀ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਗਈ ਹੈ। ਕਿਉਂ? ਜਿਵੇਂ ਗੁਰੂ ਨੇ ਕਿਹਾ ਉਵੇਂ ਕੀਤਾ। ਬਸ ਕਈ ਮੇਰੇ ਕੋਲ ਆ ਜਾਣਗੇ, ਨਾਮ ਦੀ ਦਾਤ ਦੇ ਦੇ। ਮੈਂ ਕਮਲੋ, ਨਾਮ ਦੀ ਦਾਤ ਤੇ ਗੁਰੂ ਦਿੰਦਾ ਹੈ, 5 ਪਿਆਰੇ ਦਿੰਦੇ ਨੇ। ਫਿਰ ਢੰਗ ਤਰੀਕਾ ਵੀ ਉਹ ਦੱਸ ਦਿੰਦੇ ਨੇ ਵੀ ਭਾਈ ਇਸ ਤਰ੍ਹਾਂ ਨਾਮ ਜਪਣਾ ਹੈ। ਨਾਮ ਦਾ ਦਾਤਾ ਗੁਰੂ ਹੈ, ਕੋਈ ਦੂਜੇ ਨੂੰ ਨਾਮ ਨਹੀਂ ਦੇ ਸਕਦਾ ਹੁੰਦਾ। ਹਾਂ, ਜੇ ਤੁਹਾਨੂੰ ਢੰਗ ਤਰੀਕਾ ਭੁੱਲ ਗਿਆ, ਅਗਲਾ ਜਿਸ ਤਰੀਕੇ ਨਾਲ ਉਹ ਨਾਮ ਜਪਦਾ ਉਹ ਤੁਹਾਨੂੰ ਤਰੀਕਾ ਦੱਸਦੇ। ਗੁਰ ਕੀ ਮਿਹਨਤ ਤਾਂ ਆਪ ਹੀ ਕਰਨੀ ਪੈਂਦੀ ਹੈ। ਤੁਸੀਂ ਮਿਹਨਤ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ, ਗੁਰੂ ਮਹਾਰਾਜ ਆਪੇ ਹੀ ਕਿਰਪਾ ਕਰਦੇ ਨੇ। ਕਿਸੇ ਤਰੀਕੇ ਨਾਲ ਕਰਨ, ਕਿਸ ਤਰੀਕੇ ਨਾਲ ਕਰਨ, ਆਪੇ ਕਰਦੇ ਕਿਰਪਾ। ਨਾਮ ਜਪੀ ਜਾਓ, ਨਾਮ ਜਪੀ ਗਏ। ਗੁਰੂ ਮਹਾਰਾਜ 2 ਸੰਤਾਂ ਮਾਤਾ ਮੇਰਾ ਮੇਲ ਕਰਾਤਾ। ਇੱਕ ਨੇ ਮਾਇਆ ਦੀ ਕਿਰਪਾ ਕਰਤੀ ਕਿ ਜਾ ਤੈਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ। ਦੂਜੇ ਨੇ ਕਿਰਪਾ ਕਰਤੀ, ਜਾ ਲੋਕ ਤੇਰੇ ਕੋਲ ਆਇਆ ਕਰਕੇ ਤੂੰ ਬਾਣੀ ਰਾਹੀਂ ਉਹਨਾਂ ਦੇ ਦੁੱਖ ਦੂਰ ਕਰੇਗਾ। ਮੈਂ ਦੋਨਾਂ ਤੋਂ ਕੁਛ ਨਹੀਂ ਮੰਗਿਆ। ਗੁਰੂ ਮਹਾਰਾਜ ਨੇ ਉਹਨਾਂ ਨੂੰ ਅੰਦਰੋਂ ਪ੍ਰੇਰਿਤ, ਉਹਨਾਂ ਨੇ ਕਿਰਪਾ ਕਰਤੀ। ਸਾਡਾ ਕੰਮ ਲੱਗੇ ਰਹਿਣਾ ਬਸ, ਬਾਕੀ ਸਾਰਾ ਕੰਮ ਗੁਰੂ ਮਹਾਰਾਜ ਦਾ ਹੈ। ਗੁਰੂ ਮਹਾਰਾਜ ਕਹਿੰਦੇ ਤਰਲੇ ਤੁਰਲੇ ਕੱਢਣ ਦੀ ਲੋੜ ਨਹੀਂ। ਬਸ ਜਿਵੇਂ ਮੈਂ ਕਹਿੰਦਾ ਉਵੇਂ ਕਰੀ ਚਲੋ, ਗੱਲ ਖਤਮ ਹੋ ਗਈ। ਬਸ ਜਿਹੜਾ ਸਿੱਖ ਗੁਰੂ ਦੇ ਆਖੇ ਲੱਗਦਾ ਹੈ, ਗੁਰੂ ਦੀ ਖੁਸ਼ੀ ਹੀ ਖੁਸ਼ੀ ਹੈ। ਜੇ ਮੈਂ ਦੂਜੀ 'ਚ ਪੜ੍ਹਦਾ ਸੀ, ਮੇਰਾ ਭਰਾ ਟੀਚਰ ਲੱਗਿਆ ਹੋਇਆ ਸਨ ਉਦੋਂ। ਉਹਨੇ ਦੇਖਿਆ ਵੀ ਤਾਂ ਇਸ ਵੇਲੇ ਮੂਡ ਠੀਕ ਹੈ, ਮੈਨੂੰ ਸੱਦਿਆ, ਕਹਿੰਦਾ ਮੈਂ ਕਿ ਤੈਨੂੰ ਗੱਲ ਕਹਿਣੀ ਹੈ, ਤੂੰ ਸਾਰੀ ਉਮਰ ਸੁਖੀ ਰਹੇਗਾ। ਮੈਂ ਦੱਸੋ ਜੀ? ਕਹਿੰਦੇ ਮਾਤਾ ਪਿਤਾ ਨੂੰ ਨਾ ਕਿਸੇ ਗੱਲ ਤੋਂ ਨਾ ਨਹੀਂ ਕਰੀਦੀ, ਜੋ ਕਹਿਣ ਕਰ ਦੇਣਾ ਬਸ। ਟੀਚਰ ਜੋ ਕਹਿਣ ਨਾ ਨਹੀਂ ਕਰਨੀ, ਕਰ ਦੇਣਾ ਬਸ। ਜਦੋਂ ਤੂੰ ਨੌਕਰੀ 'ਤੇ ਲੱਗ ਜਾਏਗਾ, ਤੇਰਾ ਅਫਸਰ ਜੋ ਕਹੇ ਉਹ ਕਰ ਦੇਣਾ ਬਸ, ਅਤੇ ਤੂੰ ਫਿਰ ਮੌਜ ਕਰੇਂਗਾ ਸਾਰੀ ਉਮਰ। 1952 ਦੀ ਯਾਦ ਹੈ ਮੈਨੂੰ ਇਹ ਗੱਲ। 2021 ਸਨ ਤੱਕ ਮੈਂ ਦਾਤੇ ਦੀ 3 ਗੱਲਾਂ 'ਤੇ ਮੇਰੇ ਤੋਂ ਪਹਿਰਾ ਦਿਲਾਇਆ, ਆਪਾਂ ਨੇ ਮੌਜ ਕੀਤੀ ਸਾਰੀ ਉਮਰ। ਮਾਂ ਪਿਓ ਦੀਆਂ ਵੀ ਅਸੀਸਾਂ ਪਿਆਰ ਮਿਲਿਆ, ਟੀਚਰਾਂ ਦੀ ਉਦੋਂ ਵੱਧ ਅਸੀਸਾਂ 'ਤੇ ਪਿਆਰ ਮਿਲਿਆ। 16 ਅਫਸਰਾਂ ਦੇ ਨਾਲ ਮੈਂ ਕੰਮ ਕੀਤਾ, ਕਿਸੇ ਨੂੰ ਕੋਈ ਇਤਰਾਜ਼ ਹੀ ਨਹੀਂ ਸੀ ਹੈਗਾ, ਜੋ ਕਹਤਾ ਕਰਤਾ। ਉਹਨਾਂ ਨੇ ਇੰਨਾ ਵਿਸ਼ਵਾਸ ਸੀ। ਇੱਕ ਵਾਰੀ ਨਾ ਮੇਰੀ ਡਿਊਟੀ ਲੱਗ ਗਈ ਐਗਜ਼ਾਮਾਂ 'ਚ, ਮੈਨੂੰ ਰਿਲੀਵ ਹੋਣਾ ਨਾ ਯਾਦ ਰਿਹਾ ਸਕੂਲ 'ਚੋਂ। ਮੈਂ ਐਪਲੀਕੇਸ਼ਨ ਬੱਸ 'ਚ ਬੈਠੇ ਨੇ ਫਟਾਫਟ ਲਿਖੀ, ਪ੍ਰਿੰਸੀਪਲ ਵਿੱਚ ਹੀ ਬੈਠੇ ਸੀ। ਮੈਂ ਉਹਨਾਂ ਕੋਲ ਗਿਆ, ਮੈਂ ਜੀ ਆ ਘੁੱਗੀ ਮਾਰਿਓ। ਉਹਨੇ ਮੈਨੂੰ ਪੁੱਛਿਆ ਹੀ ਨਹੀਂ ਕਾਹਦੇ ਦਸਤਖਤ ਕਰਾ ਰਹੇ, ਉਹਨੇ ਦਸਤਖਤ ਕਰਤੇ। ਮੈਂ ਆਪਣੇ ਜਾ ਕੇ ਮੈਂ 15 ਦਿਨ ਜਦੋਂ ਇਮਤਿਹਾਨ ਸਮਾਪਤ ਹੋਏ, ਫਿਰ ਮੈਂ ਸਕੂਲ ਗਿਆ, ਮੇਰੇ ਸਾਰੇ ਖਾਨੇ ਖਾਲੀ। ਮੈਨੂੰ ਕਹਿੰਦੇ ਭਾਈ ਤੂੰ 15 ਦਿਨ ਕਿੱਥੇ ਰਹੇ? ਮੈਂ ਤਾਂ ਇਮਤਿਹਾਨ 'ਚ ਮੇਰੀ ਡਿਊਟੀ ਸੀ, ਮੈਂ ਤਾਂ ਬੱਸ 'ਚ ਤੁਹਾਡੇ ਤੋਂ ਦਸਤਖਤ ਕਰਾਏ ਸਨ। ਕਹਿੰਦੇ ਅੱਛਾ। ਕਹਿੰਦੇ ਮੈਂ ਤਾਂ ਪੜ੍ਹੇ ਨੇ ਵਿੱਚ ਜੈਮਨ ਸਿੰਘ ਦਸਤਖਤ ਕਰਾ, ਠੀਕ ਹੀ ਕਰਾ ਰਹੇ ਬਸ। ਕਿ ਇੱਕ ਵਾਰ ਮੈਂ ਦੇਖਿਆ ਜਿਹੜਾ ਹੈ ਉਹਦੇ ਦਸਤਖਤ ਕਰ ਦਿਆ ਕਰਨ, ਕਿ ਇਸੇ ਤਰ੍ਹਾਂ ਸੀ। ਮੈਂ ਇੱਕ ਦਿਨ ਬੈਠਾ ਉਹਨਾਂ ਕੋਲ ਕੁਦਰਤੀ, ਇੱਕ ਟੀਚਰ ਆਇਆ ਜੀ ਆਹ ਦਸਤਖਤ ਕਰਾਉਣੇ, ਹੁਣ ਕੋਈ ਨਹੀਂ ਪੜ੍ਹਿਆ, ਦਸਤਖਤ ਕਰਤੇ। ਕਹਿੰਦੇ ਇੱਥੇ ਧਰ ਜਾ, ਮੈਂ ਮੋਹਰ ਲਾ ਕੇ ਭੇਜ ਦਿੰਦਾ। ਜਦੋਂ ਚਲਿਆ ਗਿਆ ਫਿਰ ਪੜ੍ਹਿਆ ਵੀ ਇਹਨੇ ਕੀ ਲਿਖਿਆ, ਵੀ ਕਿਤੇ ਮੈਂ ਗਲਤ ਤਾਂ ਨਹੀਂ ਦਸਤਖਤ ਕਰਤੇ। ਜਦ ਦੇਖਿਆ ਠੀਕ ਹੈ, ਮੋਹਰ ਲਾ ਕੇ ਭੇਜ ਦਿੱਤੀ। ਕਹਿੰਦਾ ਆਪਾਂ ਨੇ ਉਹਨੂੰ ਖੁਸ਼ ਕਰ ਲਿਆ ਕਿ ਨਹੀਂ, ਵੀ ਹਾਂ ਯਾਰ ਪ੍ਰਿੰਸੀਪਲ ਕਿਆ ਬਾਤ ਹੈ, ਮੈਂ ਗਿਆ ਕੋਈ ਨਾ ਹੀ ਨਹੀਂ ਕੀਤੀ, ਮੇਰਾ ਪੜ੍ਹਿਆ ਹੀ ਨਹੀਂ ਹੈ, ਦਸਤਖਤ ਕਰਦੇ ਆ ਲੈ ਵੀ। ਕਹਿੰਦਾ ਮਗਰ ਆਪਾਂ ਪਾ ਲੈਂਦੇ, ਕੋਈ ਗਲਤ ਹੋਊਗਾ ਤਾਂ ਫਿਰ ਨਾ ਮੋਹਰ ਲਾਵਾਂਗੇ ਨਾ ਕਰਾਂਗੇ। ਇਹ ਵੀ ਇੱਕ ਆਪਣੀ ਟੈਕਨੀਕ ਹੈ ਜੀ, ਇਹ ਵੀ ਟੈਕਨੀਕ ਹੈ। ਸੋ ਫਿਰ ਜਿਹੜਾ ਬੰਦਾ ਵਿਸ਼ਵਾਸ ਕਰੇ ਉਸ ਨੂੰ ਫਿਰ ਜੇ ਕੋਈ ਧੋਖਾ ਦਿੰਦਾ, ਮੈਂ ਕਹਿੰਦਾ ਬਹੁਤ ਵੱਡਾ ਜਿਹੜਾ ਪਾਪ ਹੈ, ਬਹੁਤ ਵੱਡਾ ਪਾਪ ਹੁੰਦਾ ਵੀ ਅਗਲੇ ਨੇ ਇੰਨਾ ਵਿਸ਼ਵਾਸ ਕੀਤਾ ਹੈ। ਸੋ ਇਸ ਲਈ ਵਿਸ਼ਵਾਸ ਪਾਤਰ ਹੀ ਜ਼ਿੰਦਗੀ 'ਚ ਰਹੀਦਾ, ਵਿਸ਼ਵਾਸ ਨਹੀਂ ਤੋੜੀਦਾ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਗੁਰ ਕੈ ਬਚਨ ਮੋਹਿ ਪਰਮ ਗਤ ਪਾਈ।
ਗੁਰੂ ਦੇ ਉਪਦੇਸ਼ ਰਾਹੀਂ ਮੈਨੂੰ ਪਰਮ ਗਤੀ ਪ੍ਰਾਪਤ ਹੋ ਗਈ ਹੈ। ਗੁਰ ਪੂਰੈ ਮੇਰੀ ਪੈਜ ਰਖਾਏ, ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖੀ ਹੈ, ਕਿਉਂਕਿ ਲਾਜ ਵੀ ਉਹੀ ਰੱਖਦਾ ਹੈ, ਇੱਜ਼ਤ ਵੀ ਉਹੀ ਰੱਖਦਾ ਹੈ। ਜਿਵੇਂ ਤੁਹਾਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਹੈ, ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਬੁਰੀ ਸੰਗਤ ਤੋਂ ਬਚਿਆ ਰਹੇ, ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਬੱਚਾ ਬੁਰੀ ਸੰਗਤ ਤੋਂ ਬਚਿਆ ਰਹੇ। ਪਰ ਮੈਂ ਜਦੋਂ ਸ਼ਰਾਬੀਆਂ ਨੂੰ ਵੇਖਦਾ ਹਾਂ, ਉਹ ਆਪ ਹੀ ਬੱਚੇ ਨੂੰ ਸ਼ਰਾਬ ਪੀਣ ਲਾਉਂਦੇ ਨੇ। ਛੋਟਿਆਂ ਦੇ ਮੈਂ ਕਈ ਵਾਰੀ ਖਲੋਤਾ ਕੋਲ ਖਲੋਤਾ, ਉਹਨਾਂ ਨੂੰ ਪੀਣ ਘੁੱਟ ਕੇ ਪੀ ਲੈ, ਮੈਂ ਨਹੀਂ ਪੀਂਦਾ। ਸੁੰਘ ਲੈ, ਮੈਂ ਕਿਉਂ, ਇਹ 'ਚ ਖੁਸ਼ਬੂ ਆਉਂਦੀ ਹੈ। ਵੱਡਾ ਹੋ ਕੇ ਮੈਂ ਸੋਚਿਆ ਵੀ ਜੇ ਮੇਰੇ ਕਰਮ ਹੀ ਨਾ ਤਗੜੇ ਹੁੰਦੇ ਤਾਂ ਮੈਂ ਤਾਂ ਪੀਣ ਲੱਗ ਜਾਣਾ ਸੀ। ਇਹ ਮੈਨੂੰ ਸਿੱਖਿਆ ਦਿੱਤੀ ਜਾ ਰਹੀ। ਮੈਂ ਬੜਾ ਵੱਡਾ ਹੋ ਕੇ ਹੈਰਾਨ ਹੋਇਆ ਵੀ ਆਹ ਸਿੱਖਿਆ ਦਿੰਦੇ ਬੱਚਿਆਂ ਨੂੰ ਮਾਂ ਪਿਓ, ਤੂੰ ਵੀ ਪੀ ਲੈ ਘੁੱਟ, ਸੁੰਘ ਕੇ ਹੀ ਵੇਖ ਲੈ, ਉਹ ਤਾਂ ਬਦਬੂ ਤਾਂ ਆਉਂਦੀ ਹੀ ਆਉਂਦੀ ਉਸ 'ਚੋਂ। ਹਾਂਜੀ, ਮੈਂ ਕਿਉਂ, ਇਹ 'ਚ ਕੋਈ ਖੁਸ਼ਬੂ ਆਉਂਦੀ ਹੈ। ਵੱਡਾ ਕੇ ਮੈਂ ਦੇਖ ਸੋਚਿਆ, ਮੈਂ ਦੱਸ ਆਹ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ, ਤੂੰ ਵੀ ਪੀ ਲੈ। ਆਪਣਾ ਵੀ ਪੱਠਾ ਬਹਿਣੇ, ਅੱਗੇ ਫਿਰ ਬੱਚਿਆਂ ਦਾ ਵੀ ਪੱਠਾ ਬਿਠਾਉਣਾ ਹੈ। ਕਿਉਂਕਿ ਕਿਸੇ ਨੂੰ ਮੱਤ ਦੇਣ ਤੋਂ ਪਹਿਲਾਂ ਬੜਾ ਸਾਵਧਾਨ ਜ਼ਿੰਦਗੀ 'ਚ ਰਹਿਣਾ ਪੈਂਦਾ, ਤਾਂ ਕੋਈ ਗੱਲ ਬਣਦੀ। ਅੱਗੇ ਗੁਰੂ ਮਹਾਰਾਜ ਕਹਿੰਦੇ, ਗੁਰ ਕੈ ਬਚਨ ਧਿਆਇਓ ਮੋਹਿ ਨਾਉ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਕਹਿੰਦੇ ਮੈਂ ਨਾਮ ਜਪਿਆ। ਫਿਰ ਕੀ ਹੋਇਆ? ਗੁਰ ਪ੍ਰਸਾਦ ਮੋਹਿ ਮਿਲਿਆ ਥਾਂ। ਗੁਰੂ ਦੀ ਕਿਰਪਾ ਨਾਲ ਮੈਨੂੰ ਜਿਹੜਾ ਹੈ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਮਿਲ ਗਿਆ, ਪਰਮਾਤਮਾ ਚਰਨਾਂ 'ਚ ਥਾਂ ਮਿਲ ਗਿਆ। ਇਸ ਲਈ ਕਹਿੰਦੇ ਗੁਰੂ ਦੇ ਬਚਨ ਮੰਨਣੇ ਚਾਹੀਦੇ ਨੇ। ਨਾਮ ਧਿਆਓ, ਨਾਮ ਜਪੋ, ਜਿਵੇਂ ਗੁਰੂ ਹੈ ਉਵੇਂ ਕਰੋ। ਗੁਰ ਕੈ ਬਚਨ ਸੁਣ ਰਸਨ ਬਖਾਣੀ। ਗੁਰੂ ਦੇ ਉਪਦੇਸ਼ ਨੂੰ ਤੇ ਚੱਲ ਕੇ ਮੈਂ ਕਹਿੰਦੇ ਬਾਣੀ ਸੁਣੀ, ਫਿਰ ਰਸਨਾ ਦੇ ਨਾਲ ਬਾਣੀ ਸੁਣਾਈ ਦੂਜਿਆਂ ਨੂੰ। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰੂ ਦੀ ਕਿਰਪਾ ਨਾਲ ਮੇਰੀ ਬਾਣੀ, ਮੇਰੇ ਬੋਲ ਚਾਲ ਅੰਮ੍ਰਿਤਮਈ ਹੋ ਗਏ, ਬੋਲ ਮਿੱਠੇ ਹੋ ਗਏ। ਅੰਮ੍ਰਿਤ ਮਿੱਠਾ ਹੁੰਦਾ, ਬੋਲ ਚਾਲ ਕਦੇ ਮੇਰੀ ਮਿੱਠੀ ਹੋ ਗਈ। ਗੁਰ ਕੈ ਬਚਨ ਮਿਟਿਆ ਮੇਰਾ ਆਪ। ਆਪ ਹੁੰਦੇ ਹਉਮੈ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਮੇਰੇ ਅੰਦਰ ਹਉਮੈ ਕਹਿੰਦੇ ਖਤਮ ਹੋ ਗਈ। ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰੂ ਦੀ ਕਿਰਪਾ ਨਾਲ ਮੇਰਾ ਬਹੁਤ ਤਪ ਤੇਜ ਹੋ ਗਿਆ, ਬੜਾ ਆਦਰ ਮਾਣ ਸਤਿਕਾਰ ਕਹਿੰਦੇ ਹੋ ਗਿਆ ਮੇਰਾ। ਗੁਰ ਕੈ ਬਚਨ ਮਿਟਿਆ ਮੇਰਾ ਭਰਮ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਮੇਰੇ ਅੰਦਰ ਭਰਮ ਖਤਮ ਹੋ ਗਿਆ। ਗੁਰ ਕੈ ਬਚਨ ਪੇਖਿਓ ਸਭ ਬ੍ਰਹਮ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਮੈਨੂੰ ਸਾਰੇ ਪਾਸੇ ਬਸ ਪਰਮਾਤਮਾ ਹੀ ਪਰਮਾਤਮਾ ਦਿਸਣ ਲੱਗ ਪਿਆ। ਹਰ ਇੱਕ ਦੇ ਵਿੱਚ ਜਦੋਂ ਪਰਮਾਤਮਾ ਦਿਸੇ ਸਮਝੋ ਪਰਮਾਤਮਾ ਹੀ ਪਰਮਾਤਮਾ। ਇਹ ਨਹੀਂ ਕਿ ਪਰਮਾਤਮਾ ਤੋਂ ਬਿਨਾਂ ਕੁਛ ਹੋਰ ਹੈ ਨਹੀਂ, ਇਹ ਭਾਵ ਨਹੀਂ ਬਾਣੀ ਦਾ। ਬਾਣੀ ਦਾ ਭਾਵ ਹੈ ਕਿ ਜਦੋਂ ਬ੍ਰਹਮ ਗਿਆਨ ਹੁੰਦਾ ਹੈ, ਹਰ ਇੱਕ ਦੇ ਵਿੱਚ ਪਰਮਾਤਮਾ ਦਿਸਦਾ। ਇਸ ਲਈ ਉਹ ਕਹਿੰਦਾ ਪਰਮਾਤਮਾ ਤੋਂ ਬਿਨਾਂ ਕੁਛ ਹੋਰ ਹੈ ਹੀ ਨਹੀਂ ਹੈ। ਉਦੋਂ ਕਹਿੰਦਾ ਪਰਮਾਤਮਾ ਬਿਨਾਂ ਕੁਛ ਹੋਰ ਹੈ ਹੀ ਨਹੀਂ ਹੈ। ਕਿਉਂ? ਉਹਨੂੰ ਸਭ ਦੇ ਵਿੱਚ ਪਰਮਾਤਮਾ, ਕੁੱਤੇ 'ਚ ਵੀ ਪਰਮਾਤਮਾ ਦਿਸ ਰਿਹਾ, ਸੱਪ 'ਚ ਵੀ ਪਰਮਾਤਮਾ ਦਿਸ ਰਿਹਾ। ਜਦੋਂ ਕਿਸੇ ਦੀ ਇਹ ਅਵਸਥਾ ਹੋ ਜਾਵੇਗੀ, ਉਹ ਸੱਪਾਂ ਦੇ ਚਾਹੇ ਕੋਲ ਬੈਠਾ ਰਹੇ, ਸੱਪ ਉਸ ਨੂੰ ਲੜਨਗੇ ਨਹੀਂ, ਸ਼ੇਰ ਉਸ ਨੂੰ ਮਾਰ ਕੇ ਖਾਏਗਾ ਨਹੀਂ, ਕਿਉਂਕਿ ਸ਼ੇਰ 'ਚ ਵੀ ਪਰਮਾਤਮਾ ਅਵਸਥਾ ਹੈ ਅਤੇ ਉਧਰ ਉਹਦੇ 'ਚ ਵੀ ਹੈ, ਅਤੇ ਪਰਮਾਤਮਾ ਨੂੰ ਕੁਛ ਨਹੀਂ ਕਹਿ ਸਕਦਾ। ਸਾਨੂੰ ਸ਼ੇਰ ਕਦੋਂ ਮਾਰਦਾ? ਜਦੋਂ ਸਾਨੂੰ ਸ਼ੇਰ ਦਿਸਦਾ, ਫਿਰ ਉਹਨੇ ਬੰਦੇ ਮਾਰ ਕੇ ਖਾਣਾ ਹੀ ਖਾਣਾ। ਜਦੋਂ ਸ਼ੇਰ ਹੀ ਨਹੀਂ ਦਿਸਦਾ, ਜੇ ਰੱਬ ਦਿਸਦਾ ਹੈ, ਫਿਰ ਗੱਲ ਖਤਮ ਹੋ ਗਈ। ਇਸ ਲਈ ਅੱਜ ਤੱਕ ਮੈਂ ਕਿਤੇ ਇਤਿਹਾਸ 'ਚ ਨਹੀਂ ਪੜ੍ਹਿਆ ਜੰਗਲਾਂ 'ਚ ਸਾਧੂ ਰਹਿੰਦੇ ਸੀ ਵੀ ਉਹਨਾਂ ਨੂੰ ਕੋਈ ਸ਼ੇਰ ਖਾ ਗਿਆ ਹੋਵੇ ਜਾਂ ਕਿਸੇ ਸੱਪ ਨੇ ਉਹਨਾਂ ਨੂੰ ਡੰਗ ਮਾਰਿਆ ਹੋਵੇ ਨਾ। ਜਾਨਵਰਾਂ ਦਾ ਸੁਭਾਅ ਵੀ ਸਾਧੂਆਂ ਕੋਲ ਆ ਕੇ ਬਦਲ ਜਾਂਦਾ ਹੈ। ਜੇ ਪਸ਼ੂਆਂ ਦਾ ਸੁਭਾਅ ਬਦਲ ਸਕਦਾ ਹੈ, ਜਾਨਵਰਾਂ ਦਾ ਸੁਭਾਅ ਸਾਧੂਆਂ ਕੋਲ ਬਦਲ ਸਕਦਾ ਹੈ, ਤਾਂ ਬੰਦੇ ਦਾ ਕਿਉਂ ਨਹੀਂ ਬਦਲਦਾ?
पर संगत का मौका ही बड़ा घट मिलता है। ठीक है, असी बाणी रूपी गुरु की संगत कर रहे हैं, पर मैं देखिया ये बंदे ते बंदे का ज़्यादा प्रभाव है, उपदेश का घट प्रभाव है। बंदे ते बंदे का ज़्यादा प्रभाव होंदा, बंदा ही सानू सुधारदा है, बंदा ही सानू बिगाड़दा है। रेडियो टीवी होर किताबां नहीं सानू ना सुधारदी ना बिगाड़दी, इन्हां दा बहुता हथ नहीं हैगा। सब तो वड्डा हथ मनुख दा है। जे तुहानू किसी बचपन किसी बिगाड़िया तां भी किसी बंदे ने बिगाड़िया, तो जे किसी ने सुधार दिता तां भी किसी बंदे ने सुधारिया। इसलिए सुधरे हुए बंदे ही सुधरिया हुआ समाज तैयार कर सकते हैं। तो सुधरदा बंदा कदों है, जो गुरु के बचनों से चलेगा तां ही जाके गल बनेगी। इसलिए फिर सब पासे परमात्मा ही परमात्मा दिसन लग जाता है। उत्थे जाके विसर गई सब तात पराई, जब ते साध संगत मोह पाई, ना को बैरी ना ही बेगाना, सगल संग हमको। सत्कारयोग साध संगत समा हो गया। वाहिगुरु जी का खालसा, वाहिगुरु जी की फतेह। सारी संगत नूं बेनती है जी, जिहड़े घरां 'च बैठे हो, इत्थे बैठे हो, कल 9 वजे तो लैके 10 बजे तक सत्संग भवन दे विच जिहड़ा है कीर्तन होना है। जिन्हां ने सहज पाठां दे भोग पाने ने वो घर पा लिओ, उत्थे कल नूं अरदास करा लिओ। उत्थे सहज पाठां दे भोग नहीं पैने। जिन्हां ने सहज पाठ दे भोग पाने ने सवेरे घर ही भोग पा के आउणा अते उत्थे आके अरदास करा लेनी। सो कल नूं हुण हर ऐतवार जिहड़ा है प्रोग्राम होया करेगा। इस ऐतवार जिहड़ा है इहनूं कहंदे सहज पाठ 9 तो 10 कीर्तन होना। अगली बारी जिहड़ा ऐतवार आएगा फिर वो अखंड पाठ होणगे, फिर 9 तो 10 कीर्तन होएगा। सो सब ने याद रखना। वाहिगुरू खालसा, वाहिगुरू जी की फतेह।